ਸਤਿ ਸ਼੍ਰੀ ਅਕਾਲ। ਸਾਹਿਤਕ ਤੰਦਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਸੋਚ ਵੀ ਰਹੇ ਹੋਵੋਗੇ ਤੁਸੀਂ ਕਿ ਸਾਹਿਤਕ ਤੰਦਾਂ ਦੇ ਪ੍ਰੋਗਰਾਮ ਦੇ ਵਿੱਚ ਅੱਜ ਪ੍ਰਿੰਸ ਭਾਰਦਵਾਜ ਕਿਸ ਤਰੀਕੇ ਦੇ ਬੈਕਗਰਾਉਂਡ ਦੇ ਨਾਲ ਹਾਜ਼ਰ ਹੋਇਆ। ਤੁਹਾਨੂੰ ਪਤਾ ਹੈ ਕਿ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2022 ਚੱਲ ਰਿਹਾ ਤੇ ਜਸ ਪੰਜਾਬੀ ਦੀ ਟੀਮ ਉਚੇਚੇ ਤੌਰ ਦੇ ਉੱਤੇ ਇਸ ਸਾਹਿਤਕ ਸਮਾਗਮ ਨੂੰ ਕਵਰ ਕਰਨ ਦੇ ਲਈ ਚੰਡੀਗੜ੍ਹ ਤੋਂ ਅੰਮ੍ਰਿਤਸਰ ਸਾਹਿਬ ਪਹੁੰਚੀ ਹੋਈ ਹੈ। ਵੈਸੇ ਤਾਂ ਅਸੀਂ ਕਿਸੇ ਨਾ ਕਿਸੇ ਸਾਹਿਤਕ ਹਸਤੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ, ਤੁਹਾਡੇ ਰੂਬਰੂ ਕਰਦੇ ਹਾਂ ਉਹਨਾਂ ਨੂੰ ਤੇ ਉਹਨਾਂ ਦੀ ਜੀਵਨ ਝਾਤ ਅਤੇ ਉਹਨਾਂ ਦੇ ਕੰਮ ਦੇ ਉੱਤੇ ਝਾਤ ਪਾਉਂਦੇ ਹਾਂ। ਪਰ ਅੱਜ ਅੰਮ੍ਰਿਤਸਰ ਸਾਹਿਤ ਉਤਸਵ ਦੀ ਇਸ ਸਾਹਿਤਕ ਤੰਦਾਂ ਦੇ ਪ੍ਰੋਗਰਾਮ ਦੀ ਲੜੀ ਦੇ ਵਿੱਚ ਬਹੁਤ ਵੱਡਾ ਕਵੀ ਦਰਬਾਰ, ਜਿਸ ਦੇ ਵਿੱਚ ਪੰਜਾਬੀ ਦੇ ਔਰ ਦੁਨੀਆ ਦੇ ਵਿੱਚ ਪੰਜਾਬੀ ਦੇ ਨਾਮ ਨਾ ਖੱਟਣ ਵਾਲੇ ਵੱਡੇ ਕਵੀ ਤੁਹਾਡੇ ਮੁਖਾਤਿਬ ਕਰਾਂਗਾ। ਇਸ ਤੋਂ ਪਹਿਲੀ ਲੜੀ ਦੇ ਵਿੱਚ ਕਈ ਸਾਰੇ ਕਵੀ ਤੁਹਾਡੇ ਮੁਖਾਤਿਬ ਕਰਵਾਏ। ਫਿਰ ਐਤਕੀ ਸੋਚਿਆ ਕਿ ਸਿੱਧੇ ਤੌਰ ਦੇ ਉੱਤੇ ਇਸ ਵਾਰ ਗੁਫ਼ਤਗੂ ਦੇ ਵਿੱਚ ਪ੍ਰਿੰਸ ਭਾਰਦਵਾਜ ਨਾ ਆਵੇ, ਤੁਸੀਂ ਯਾਨੀ ਕਿ ਸਾਡੇ ਪਿਆਰੇ ਸਰੋਤਾ ਅਤੇ ਦਰਸ਼ਕ ਅਤੇ ਸਿੱਧੇ ਤੌਰ ਦੇ ਉੱਤੇ ਸਟੇਜ ਤੋਂ ਸਾਡੇ ਜਿਹੜੇ ਕਵੀ ਜਨ ਨੇ ਉਹਨਾਂ ਦੀਆਂ ਰਚਨਾਵਾਂ, ਉਹਨਾਂ ਦੀਆਂ ਕਵਿਤਾਵਾਂ ਤੁਹਾਡੇ ਰੂਬਰੂ ਕੀਤੀਆਂ ਜਾਣ। ਤਾਂ ਆਓ ਫਿਰ ਸਾਹਿਤਕ ਤੰਦਾਂ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੰਮ੍ਰਿਤਸਰ ਸਾਹਿਤ ਉਤਸਵ ਦੇ ਇਸ ਮੰਚ ਤੋਂ ਸਿੱਧੇ ਤੌਰ ਦੇ ਉੱਤੇ ਸਾਹਿਤਕ ਤੰਦਾਂ ਪ੍ਰੋਗਰਾਮ ਤੁਸੀਂ ਅਤੇ ਤੁਹਾਡੇ ਪਿਆਰੀ ਕਵੀਆਂ ਦੇ ਨਾਮ। ਕਵੀ ਦਰਬਾਰਾਂ ਦੇ ਰੂਪ ਬਹੁਤ ਬਦਲ ਗਏ ਆ। ਹੁਣ ਕਵੀਆਂ ਨੂੰ ਤੁਸੀਂ ਪਹਿਲਾਂ ਹੀ ਜਾਣਦੇ ਹੁੰਦੇ ਹੋ, ਫੇਸਬੁੱਕ ਰਾਹੀਂ ਤੁਹਾਨੂੰ ਫੇਸ ਟੂ ਫੇਸ ਅਸੀਂ ਕਰਵਾ ਰਹੇ ਹਾਂ। ਅੱਛਾ, ਉਹੀ ਨੇ ਜਿਹੜੇ ਫੇਸਬੁੱਕ ਤੇ ਦੇਖੇ ਸੀ। ਫੇਸਬੁੱਕ ਨੇ ਜਾਂ ਸੋਸ਼ਲ ਮੀਡੀਆ ਨੇ ਇੱਕ ਬਹੁਤ ਇੰਪੋਰਟੈਂਟ ਕੰਮ ਕਰ ਦਿੱਤਾ ਕਿ ਕਵੀਆਂ ਨੂੰ ਲੋਕਾਂ ਦੇ ਨੇੜੇ ਕਰ ਦਿੱਤਾ, ਲੋਕਾਂ ਨੂੰ ਕਵਿਤਾ ਦੇ ਨੇੜੇ ਕਰ ਦਿੱਤਾ। ਅੱਗੇ ਕਵੀ ਦਰਬਾਰ 'ਚ ਸੁਣਨਾ ਉਹ ਕਵੀ ਜਿਹੜੇ ਇਸ ਦੁਨੀਆ ਤੋਂ 30-35 ਸਾਲ ਪਹਿਲਾਂ ਜਾ ਚੁੱਕੇ ਪਰ ਵੱਡੇ ਕਵੀ ਸੀ, ਜੌਨ ਏਲੀਆ ਵਰਗੇ, ਉਹ ਅੱਜ ਯੰਗ ਜਨਰੇਸ਼ਨ ਦੀ ਸੈਂਸੇਸ਼ਨ ਬਣ ਚੁੱਕੇ ਆ। ਇੱਕ ਬਹੁਤ ਸਾਰਾ ਵਹਿਮ ਇਹ ਹੈ ਕਿ ਨਵੀਂ ਪੀੜ੍ਹੀ ਕਵਿਤਾ ਨਹੀਂ ਸੁਣਦੀ। ਅੱਜ ਦੇ ਦੌਰ ਵਿੱਚ ਹਿੰਦੁਸਤਾਨ 'ਚ ਉਰਦੂ ਜ਼ਬਾਨ ਦੇ ਵਿੱਚ ਨਵੇਂ ਬੱਚੇ ਇੰਨਾ ਚੰਗਾ ਲਿਖਣ ਵਾਲੇ ਨੇ। ਮੈਨੂੰ ਪਾਤਰ ਸਾਹਿਬ ਇੱਕ ਕਿਤਾਬ ਮਿਲੀ ਯੰਗ ਬੱਚਿਆਂ ਦੀ, ਜ਼ਾਹਿਰ ਹੈ ਦੇਵਨਾਗਰੀ ਸਕ੍ਰਿਪਟ ਦੇ ਵਿੱਚ ਹੀ ਅਸੀਂ ਪੜ੍ਹ ਸਕੀਏ। ਇੰਨੀ ਖੂਬਸੂਰਤ ਉਰਦੂ ਗਜ਼ਲ ਲਿਖਣ ਵਾਲੇ ਸਾਰੇ ਤੇ ਸਾਰੇ ਬੱਚਿਆਂ ਦਾ ਡੇਟ ਆਫ ਬਰਥ ਉਹਨਾਂ 'ਚ ਪੁਰਾਣੇ ਤੋਂ ਪੁਰਾਣਾ 84 ਦਾ ਜੰਮਿਆ ਹੋਇਆ ਸੀ। ਸੋ ਪਿਛਲੇ 30-35 ਸਾਲ ਵਿੱਚ ਕਵਿਤਾ ਹੋਰ ਜ਼ਿਆਦਾ ਫੈਲੀ ਹੈ, ਕਿਉਂਕਿ ਕਵਿਤਾ ਆਦਿਕਾਲੀਨ ਹੈ। ਨਾ ਕਵਿਤਾ ਕਦੇ ਮਰੀ ਸੀ, ਨਾ ਮਰੀ ਹੈ, ਨਾ ਕਦੇ ਮਰ ਸਕਦੀ ਹੈ। ਇਸ ਲਈ ਕਵਿਤਾ ਨੂੰ ਸੁਣਨਾ ਸਭ ਤੋਂ ਵੱਡਾ ਕੰਮ ਹੈ। ਜਦ ਤੱਕ ਕਵਿਤਾ ਕਾਇਮ ਹੈ ਉਦੋਂ ਤੱਕ ਦੁਨੀਆ ਕਾਇਮ ਹੈ। ਜਦੋਂ ਕਵਿਤਾ ਖਤਮ ਹੁੰਦੀ ਹੈ ਉਦੋਂ ਹੀ ਦੁਨੀਆ ਖਤਮ ਹੁੰਦੀ ਹੈ। ਇਸ ਲਈ ਫਿਰ ਜਦੋਂ ਬਰੂਟਲ ਆਉਂਦੇ ਨੇ ਤੇ ਕੀ ਕੁਛ ਕਰਦੇ ਨੇ, ਬਹੁਤ ਸਾਰਾ ਇਤਿਹਾਸ ਹੈ। ਆਪਾਂ ਕਵਿਤਾ ਦੇ ਰੰਗ ਵਿੱਚ ਆਉਣਾ। ਜਦੋਂ ਨਾਲੰਦਾ ਵਿਸ਼ਵ ਵਿਦਿਆਲਾ 'ਤੇ ਹਮਲਾ ਹੋਇਆ ਸੀ, ਉਹਨੂੰ ਢਹਿ ਢੇਰੀ ਕੀਤਾ ਗਿਆ ਸੀ। 569 ਦਿਨ ਲਾਇਬ੍ਰੇਰੀ ਨੂੰ ਸੜਨ 'ਚ ਲੱਗੇ ਸੀ। ਅਸੀਂ ਉਸ ਦੇਸ਼ 'ਚ ਰਹੇ ਹਾਂ ਕਿ ਜਿੱਥੇ ਏਡੇ ਵੱਡੇ ਅਸੀਂ ਦੁੱਖ ਝੱਲੇ ਪਰ ਇਹਦੇ ਬਾਵਜੂਦ ਅਸੀਂ ਜਿਉਂਦੇ ਹਾਂ, ਅਸੀਂ ਜਾਗਦੇ ਹਾਂ। ਲੋ ਬੇਟਾ ਕਰ ਲਈ ਸ਼ੁਰੂ ਮੁਸ਼ਾਇਰਾ। ਫਿਰ ਪਹਿਲਾਂ ਤਾਂ ਚਿਹਰਿਆਂ ਥੋੜ੍ਹੀ ਜਿਹੀ ਰੌਣਕ ਲੈ ਕੇ ਆਓ। ਆਪਾਂ ਕਵਿਤਾ ਸੁਣਨ ਆਏ ਹਾਂ, ਕਿਸੇ ਦੇ ਅਫਸੋਸ 'ਤੇ ਨਹੀਂ ਆਏ। ਔਰ ਇਸ ਵੇਲੇ ਪੰਜਾਬੀ ਦੇ ਮਾਇਨਾਜ਼ ਸ਼ਾਇਰ ਤੁਹਾਡੇ ਕੋਲ ਨੇ। ਜਦੋਂ ਬਾਰ-ਬਾਰ ਪਹਿਲਾਂ ਮੈਂ ਸੱਚ ਰਸਮ ਕਰ ਲਾਂ। ਮੁੱਖ ਮਹਿਮਾਨ ਲਖਵਿੰਦਰ ਜੌਲ ਜੀ, ਪ੍ਰਧਾਨ ਪਾਤਰ ਸਾਹਿਬ, ਵਿਸ਼ੇਸ਼ ਮਹਿਮਾਨ ਕੇਵਲ ਧਾਲੀਵਾਲ ਜੀ ਅਤੇ ਇੱਥੋਂ ਦੇ 23 ਅਧਿਆਪਕਾਂ ਦੇ ਮੁਖੀ ਪੰਜਾਬੀ ਵਿਭਾਗ ਦੇ ਆਤਮ ਰੰਧਾਵਾ ਜੀ, ਅਤੇ ਅੱਗੇ ਬੈਠੇ ਸਾਰੇ ਸ਼ਾਇਰ ਸਾਹਿਬਾਨ ਅਤੇ ਜਿੰਨੇ ਪਿਆਰੇ ਸਰੋਤੇ ਵਿਦਿਆਰਥੀ ਖਾਸ ਕਰ ਬੈਠੇ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜਦੋਂ ਬਾਰ-ਬਾਰ ਆਤਮ 'ਚ ਕਹਿੰਦੇ ਸੀ ਫੋਟੋ ਖਿੱਚੋ, ਅਤੇ ਉੱਥੋਂ ਫੋਟੋ ਖਿੱਚਣ ਆ ਰਹੇ ਸੀ ਨੌਜਵਾਨ, ਅਤੇ ਮੈਂ ਦੇਖ ਰਿਹਾ ਸੀ ਜਾਂ ਤਾਂ ਹੁਣ ਮੋਬਾਈਲ 'ਤੇ ਫੋਟੋ ਹੈ ਜਾਂ ਫਿਰ ਉਹ ਕੈਮਰੇ ਵਾਲੀ ਫੋਟੋ ਹੈ, ਜਿਹੜਾ ਤੁਹਾਡਾ ਹੱਸਣਾ ਰੋਣਾ ਹਰ ਚੀਜ਼ ਕੈਪਚਰ ਕਰ ਲੈਂਦਾ। ਪੁਰਾਣੇ ਜ਼ਮਾਨੇ 'ਚ ਜਿਹੜੇ ਫੋਟੋਗ੍ਰਾਫਰ ਸੀ, ਐਂ ਗਲ 'ਚ ਕੈਮਰਾ ਪਾਇਆ ਹੁੰਦਾ, ਸਵੀ ਜੀ ਬਿਹਤਰ ਦੱਸ ਸਕਦੇ ਆ, ਫਿਰ ਆ ਕੇ ਉਹਨੇ ਕਹਿਣਾ ਸਮਾਈਲ ਪਲੀਜ਼। ਇਹ ਪੱਕਾ ਵਾਕ ਸੀ, ਸਮਾਈਲ ਪਲੀਜ਼। ਉਹ ਇੱਕ ਵਾਰੀ ਕੋਈ ਮੁਰਦੇ ਦੀ ਫੋਟੋ ਖਿੱਚਣ ਆਉਣਾ ਪੈ ਗਿਆ ਫੋਟੋਗ੍ਰਾਫਰ ਨੂੰ। ਮੁਰਦਾ ਮੇਰੇ ਵਰਗਾ ਸ਼ਰਾਰਤੀ ਸੀ। ਉਹ ਕਹਿੰਦਾ ਸਮਾਈਲ ਪਲੀਜ਼। ਉਹ ਕਹਿੰਦਾ ਯਾਰ ਮਸਾਂ ਤਾਂ ਸਮਾਈਲਾਂ ਤੋਂ ਬਚ ਕੇ ਉਹਨਾਂ 'ਤੇ ਡਿੱਗੀਆਂ, ਤੂੰ ਹੁਣ ਤਾਂ ਖੜਾ ਛੱਡ ਦੇ ਸਾਡਾ ਸਮਾਈਲ ਤੋਂ ਬਿਨਾਂ। ਖੂਬਸੂਰਤ ਜ਼ਿੰਦਗੀ ਦੇ ਪਲਾਂ ਨੂੰ ਜਿਸ ਤਰ੍ਹਾਂ ਕਵੀ ਫੜਦੇ ਨੇ, ਮਾਣਦੇ ਨੇ, ਤੁਸੀਂ ਅੱਜ ਵੇਖੋਗੇ ਤੁਹਾਨੂੰ ਇਤਿਹਾਸ ਦੇ ਪੰਨੇ ਉਲਟੇ ਹੋਏ ਲੱਭਣਗੇ। ਅੱਜ ਤੁਹਾਨੂੰ ਬਹੁਤ ਖੂਬਸੂਰਤੀ ਨਾਲ ਪੂਰਾ ਵਣ ਤ੍ਰਿਣ, ਪੂਰੀ ਪ੍ਰਕਿਰਤੀ ਇੱਥੇ ਨਜ਼ਰ ਆਏਗੀ, ਕਿਉਂਕਿ ਅਲੱਗ-ਅਲੱਗ ਰੰਗ ਦੇ ਸ਼ਾਇਰ ਨੇ ਔਰ ਅਲੱਗ-ਅਲੱਗ ਰੂਪਾਂ ਵਿੱਚ ਲਿਖਣ ਵਾਲੇ ਸ਼ਾਇਰ ਨੇ।
ਤੇ ਉਹ ਪਰੰਪਰਕ ਕਵੀ ਦਰਬਾਰ ਵਾਲੀ ਗੱਲ ਵੀ ਮੈਂ ਨਹੀਂ ਕਰਨੀ ਕਿ ਪਹਿਲਾਂ ਇੱਕ ਕਵੀ ਦਾ ਸ਼ੇਰ ਬੋਲ ਕੇ ਇੰਟਰੋਡਿਊਸ ਕਰਾਇਆ ਜਾਵੇ, ਕਿਉਂਕਿ ਮੈਥੋਂ ਵਾ ਸਾਰੇ ਤੁਸੀਂ ਜਾਣਦੇ ਹੋ। ਸੋਸ਼ਲ ਮੀਡੀਆ ਨੇ ਇੰਨਾ ਤੁਹਾਡੇ ਕਲੋਜ਼ ਕਰ ਦਿੱਤਾ ਸਾਰਿਆਂ ਨੂੰ ਕਿ ਹੁਣ ਦੱਸਣ ਦੀ ਲੋੜ ਨਹੀਂ। ਤੇ ਜੇ ਕਿਸੇ ਨੂੰ ਨਹੀਂ ਵੀ ਪਤਾ, ਜਦ ਤੱਕ ਮੈਂ ਬੋਲਣਾ ਉਦੋਂ ਨੂੰ ਗੂਗਲ ਬਾਬਾ ਖੋਲ੍ਹ ਲੈਣਾ ਸੀ। ਅੱਛਾ ਉਹ ਠੀਕ ਹੈ। ਮੈਂ ਸ਼ੁਰੂਆਤ ਕਰ ਰਿਹਾ ਆਪਣੇ ਉਸ ਸ਼ਾਇਰ ਦੋਸਤ ਤੋਂ ਜਿਸ ਨੇ ਪੂਰੇ ਵਣ ਤਰਿਣ ਨੂੰ, ਰੱਬ ਦੇ ਭੇਤਾਂ ਨੂੰ, ਸਾਡੇ ਇਤਿਹਾਸ ਨੂੰ ਇੱਕ ਨਵੇਂ ਜ਼ਾਵੀਏ ਤੋਂ ਪੇਸ਼ ਕੀਤਾ। ਮੈਂ ਹਾਸੇ 'ਚ ਕਹਿ ਰਿਹਾ ਸੀ ਕਿ ਮੁਗਲ ਬਾਦਸ਼ਾਹ ਬਹੁਤ ਮਾੜੇ ਸੀ, ਪਰ ਆਖਰੀ ਬਾਦਸ਼ਾਹ ਸਾਨੂੰ ਸ਼ਾਇਰ ਦੇ ਕੇ ਗਏ ਸੀ, ਬਹਾਦਰ ਸ਼ਾਹ ਜ਼ਫਰ। ਦੋ ਗਜ਼ ਜ਼ਮੀਨ ਵੀ ਨਾ ਮਿਲੀ ਕੂਏ ਯਾਰ ਨੂੰ। ਪਰ ਅਸੀਂ ਉਹ ਜ਼ਫਰ ਪੈਦਾ ਕੀਤਾ ਜਿਹੜਾ ਜ਼ਿੰਦਗੀ ਦੇ ਰੰਗਾਂ ਨੂੰ ਖਿੰਡਿਆ ਵੇਖਦਾ। ਤਾਂ ਜੇ ਤੇ ਇਤਿਹਾਸਕ ਨਗਰੀ ਦਾ ਮੁਸ਼ਾਇਰਾ ਜਸਵੰਤ ਜ਼ਫਰ ਤੋਂ ਸ਼ੁਰੂ ਹੋਵੇ ਤਾਂ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋਣੀ। ਆਓ ਜੀ ਜ਼ਫਰ ਜੀ ਆਇਆਂ ਨੂੰ ਸਵਾਗਤ ਹੈ। ਮੈਂ ਉਹ ਪਰੰਪਰਾ ਵੀ ਖਤਮ ਕਰਤੀ ਕਿ ਪਹਿਲਾਂ ਕੱਚਾ ਕਵੀ ਪੇਸ਼ ਕਰੋ ਫਿਰ ਪੱਕਾ। ਸਾਡੇ ਸਾਰੇ ਹੀ ਪੱਕੇ ਨੇ, ਕੋਈ ਕੱਚਾ ਹੈ ਨਹੀਂ, ਇਸ ਲਈ ਕੋਈ ਸੀਨੀਅਰਿਟੀ ਨਹੀਂ, ਵਾਰੀ ਸਭ ਨੇ ਆਈ ਜਾਣਾ। ਪਾਣੀ ਦੀਆਂ ਘੁੱਟਾਂ ਭਰ ਲਓ ਬਾਬਾ ਜੀ, ਕੋਈ ਚੱਕਰ ਨਹੀਂ। ਜਸਵੰਤ ਜ਼ਫਰ। ਕਹਿਣ ਨੂੰ ਤਾਂ ਉਹ ਵੀ ਸਿੰਘ ਸਨ ਜੋ ਬੇਦਾਵਾ ਲਿਖਣ ਬੈਠੇ ਸਨ। ਅੰਮ੍ਰਿਤ ਤਾਂ ਉਹਨਾਂ ਵੀ ਪੀਤਾ ਸੀ, ਪਰ ਮੁਫਤ ਪੀਤਾ ਸੀ, ਕੁਝ ਅਰਪਣ ਨਹੀਂ ਕੀਤਾ ਸੀ। ਕਹਿਣ ਨੂੰ ਤਾਂ ਉਹ ਵੀ ਸਿੰਘ ਸਨ ਜੋ ਬੇਦਾਵਾ ਲਿਖਣ ਬੈਠੇ ਸਨ। ਅੰਮ੍ਰਿਤ ਤਾਂ ਉਹਨਾਂ ਵੀ ਪੀਤਾ ਸੀ, ਪਰ ਮੁਫਤ ਪੀਤਾ ਸੀ, ਕੁਝ ਅਰਪਣ ਨਹੀਂ ਕੀਤਾ ਸੀ। ਜੋ ਬਿਜਲੀ ਕੜਕੀ ਤੋਂ ਕਹਿਣ ਲੱਗੇ, ਅਸੀਂ ਖੁੱਲ੍ਹੇ ਮੈਦਾਨ ਤੋਂ ਅਸਮਾਨ ਤੋਂ ਕੀ ਲੈਣਾ ਹੈ, ਵਾਪਸ ਪਿੰਜਰਿਆਂ ਨੂੰ ਪਰਤਦੇ ਹਾਂ। ਜੋ ਬਿਜਲੀ ਕੜਕੀ ਤੇ ਕਹਿਣ ਲੱਗੇ, ਅਸੀਂ ਖੁੱਲ੍ਹੇ ਮੈਦਾਨ ਤੋਂ ਅਸਮਾਨ ਤੋਂ ਕੀ ਲੈਣਾ ਹੈ, ਵਾਪਸ ਪਿੰਜਰਿਆਂ ਨੂੰ ਪਰਤਦੇ ਹਾਂ। ਕਹਿਣ ਨੂੰ ਤਾਂ ਉਹ ਵੀ ਸਿਰਦਾਰ ਸਨ, ਪਰ ਉਹਨਾਂ ਧੜਾਂ 'ਤੇ ਸਿਰ ਨਜ਼ਰ ਨਾ ਆਏ, ਲੁਕੇ ਹੋਏ ਗੁਰੂ ਦੇ ਕਰਜ਼ ਦੀਆਂ ਪੰਡਾਂ ਹੇਠ। ਕਹਿਣ ਨੂੰ ਤਾਂ ਉਹ ਵੀ ਸਿਰਦਾਰ ਸਨ, ਪਰ ਉਹਨਾਂ ਧੜਾਂ 'ਤੇ ਸਿਰ ਨਜ਼ਰ ਨਾ ਆਏ, ਲੁਕੇ ਹੋਏ ਗੁਰੂ ਦੇ ਕਰਜ਼ ਦੀਆਂ ਪੰਡਾਂ ਹੇਠ। ਪਹਿਨਣ ਨੂੰ ਤਾਂ ਕਕਾਰ ਉਹਨਾਂ ਵੀ ਪਹਿਨੇ ਸਨ ਜੋ ਕਹਿ ਆਏ, ਅਸੀਂ ਤੇਰੇ ਸਿੱਖ ਨਹੀਂ। ਪਹਿਨਣ ਨੂੰ ਕਕਾਰ ਤਾਂ ਉਹਨਾਂ ਵੀ ਪਹਿਨੇ ਸਨ ਜੋ ਕਹਿ ਆਏ, ਅਸੀਂ ਤੇਰੇ ਸਿੱਖ ਨਹੀਂ। ਪਰ ਉਹਨਾਂ ਕੜਿਆਂ ਨੂੰ ਚੂੜੀਆਂ ਨੱਕ ਬੁੱਲ ਕੱਢੇ ਸਨ। ਉਹਨਾਂ ਕੜਿਆਂ ਨੂੰ ਚੂੜੀਆਂ ਨੱਕ ਬੁੱਲ ਕੱਢੇ ਸਨ। ਉਹਨਾਂ ਕੰਘਿਆਂ 'ਤੇ ਕੈਂਚੀਆਂ ਖਚਰਾ ਹੱਸੀਆਂ ਸਨ। ਚੁੱਲ੍ਹਿਆਂ ਮੁੱਢ ਪਏ ਚਿਮਟਿਆਂ ਨੂੰ ਉਹਨਾਂ ਕਿਰਪਾਨਾਂ ਦੀ ਲੋਹੇ ਦੀ ਕਿਸਮਤ 'ਤੇ ਬੜਾ ਤਰਸ ਆਇਆ ਸੀ। ਚੁੱਲ੍ਹਿਆਂ ਮੁੱਢ ਪਏ ਚਿਮਟਿਆਂ ਨੂੰ ਉਹਨਾਂ ਕਿਰਪਾਨਾਂ ਦੇ ਲੋਹੇ ਦੀ ਕਿਸਮਤ 'ਤੇ ਬੜਾ ਤਰਸ ਆਇਆ ਸੀ। ਮਾਸੂਮ ਬਾਲਾਂ ਦੇ ਨੰਗੇਜ਼ ਨੂੰ ਉਹ ਕਸ਼ਹਿਰੇ ਬੜੇ ਅਸ਼ਲੀਲ ਲੱਗੇ ਸਨ। ਮਾਸੂਮ ਬਾਲਾਂ ਦੇ ਨੰਗੇਜ਼ ਨੂੰ ਉਹ ਕਸ਼ਹਿਰੇ ਬੜੇ ਅਸ਼ਲੀਲ ਲੱਗੇ ਸਨ। ਕਕਾਰ ਤਾਂ ਉਹਨਾਂ ਵੀ ਪਹਿਨੇ ਸਨ। ਗੁਰੂ ਤੋਂ ਬੇਮੁਖ ਹੋਏ ਜੋ ਘਿਰ ਗਏ, ਟਿੱਚਰਾਂ ਤਰਸਾਂ ਸ਼ਰਮਸਾਰੀਆਂ ਖਚਰੇ ਹਾਸਿਆਂ ਇਲਜ਼ਾਮਾਂ ਵਿਚਾਲੇ। ਗੁਰੂ ਤੋਂ ਬੇਮੁਖ ਹੋਏ ਜੋ ਘਿਰ ਗਏ, ਟਿੱਚਰਾਂ ਤਰਸਾਂ ਸ਼ਰਮਸਾਰੀਆਂ ਖਚਰੇ ਹਾਸਿਆਂ ਇਲਜ਼ਾਮਾਂ ਵਿਚਾਲੇ। ਐਸਾ ਬੋਝ ਤਾਂ ਗੁਰੂ ਦੇ ਹਜ਼ੂਰ ਲੈਂਦਾ ਹੈ, ਸੀਸ ਭੇਟ ਕਰਨਾ ਪੈਂਦਾ ਹੈ। ਢਾਬ ਤੇ ਗੁਰੂ ਦਰਬਾਰ ਸਜਿਆ, ਟਿੱਬੀ ਤੇ ਗੁਰੂ ਸੁਸ਼ੋਭਤ ਸੀ। ਇੱਥੇ ਸਿਰਾਂ ਦੀ ਭੇਟ ਹੋਈ, ਸਿਰਾਂ ਦੇ ਨਾਲ ਹੀ ਲੱਥਾ ਸਿਰੀਂ ਜੋ ਕਰਜ਼ ਚੜਿਆ ਸੀ। ਟਿੱਬੀ ਤੇ ਗੁਰੂ ਸੁਸ਼ੋਭਤ ਸੀ, ਇੱਥੇ ਸਿਰਾਂ ਦੀ ਭੇਟ ਹੋਈ, ਸਿਰਾਂ ਦੇ ਨਾਲ ਹੀ ਲੱਥਾ ਸਿਰੀਂ ਜੋ ਕਰਜ਼ ਚੜਿਆ ਸੀ। ਲਹਿਣੇਦਾਰ ਕਦੀ ਕਰਜ਼ੇ ਦਾ ਕਾਗਜ਼ ਨਹੀਂ ਗਵਾਉਂਦੇ। ਲਹਿਣੇਦਾਰ ਕਦੀ ਕਰਜ਼ੇ ਦਾ ਕਾਗਜ਼ ਨਹੀਂ ਗਵਾਉਂਦੇ। ਕਰਜ਼ੇ ਦਾ ਕਾਗਜ਼ ਪਾਟਾ ਕਰਜ਼ ਮੁਕਤ ਹੋਏ ਨੇ ਤਾਂ ਮੁਕਤੇ ਹੋਏ ਨੇ, ਤੇ 40 ਉਹਨਾਂ ਪੰਜਾਂ ਨਾਲ ਖਲੋਏ ਨੇ ਜਿਨ੍ਹਾਂ ਅੰਮ੍ਰਿਤ ਲਈ ਸੀਸ ਭੇਟ ਕੀਤਾ ਸੀ। ਕਹਿਣ ਨੂੰ ਤਾਂ ਉਦੋਂ ਵੀ ਸਿਰਦਾਰ ਸਨ ਜਦ ਅੰਮ੍ਰਿਤ ਮੁਫਤ ਪੀਤਾ ਸੀ। ਕਹਿਣ ਨੂੰ ਤਾਂ ਉਦੋਂ ਵੀ ਸਿੰਘ ਸਨ ਜਦ ਪਿੰਜਰਿਆਂ ਨੂੰ ਪਰਤੇ ਸਨ। ਪਹਿਨਣ ਨੂੰ ਕਕਾਰ ਉਦੋਂ ਵੀ ਪਹਿਨੇ ਸਨ, ਪਰ ਗੱਲ ਕਹਿਣ ਦੀ ਨਹੀਂ ਹੁੰਦੀ, ਗੱਲ ਨਿਰੀ ਪਹਿਨਣ ਦੀ ਨਹੀਂ ਹੁੰਦੀ। ਗੱਲ ਕਹਿਣ ਦੀ ਨਹੀਂ ਹੁੰਦੀ, ਗੱਲ ਨਿਰੀ ਪਹਿਨਣ ਦੀ ਨਹੀਂ ਹੁੰਦੀ। ਦੂਸਰੀ ਛੋਟੀ ਨਜ਼ਮ ਹੈ ਖੂਨ ਪਸੀਨਾ ਸਿਆਹੀ। ਮਜ਼ਦੂਰ ਇੱਟਾਂ ਵੱਟੇ ਢੋ ਰਹੇ, ਰਾਜ ਚਿਣ ਰਹੇ। ਮੇਰਾ ਸਿਆਹੀ ਦੀ ਕਮਾਈ ਨਾਲ ਮਕਾਨ ਬਣ ਰਿਹਾ ਹੌਲੀ ਹੌਲੀ। ਮਜ਼ਦੂਰ ਇੱਟਾਂ ਵੱਟੇ ਢੋ ਰਹੇ, ਰਾਜ ਚਿਣ ਰਹੇ। ਮੇਰਾ ਸਿਆਹੀ ਦੀ ਕਮਾਈ ਨਾਲ ਮਕਾਨ ਬਣ ਰਿਹਾ ਹੌਲੀ ਹੌਲੀ। ਨਾਲ ਨਾਲ ਮੈਂ ਵੀ ਬਣ ਰਿਹਾ, ਨਾਲ ਨਾਲ ਮੈਂ ਵੀ ਬਣ ਰਿਹਾ। ਬਣ ਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ, ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ।
ਬਣ ਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ, ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ। ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ ਮੈਨੂੰ ਦੱਸਿਆ ਕਿ ਕਿਰਾਏ ਦੇ ਮਕਾਨ ਦੀ ਕੰਧ ਵਿੱਚ ਕਿਲ ਠੋਕਣ 'ਤੇ ਮਾਲਕ ਮਕਾਨ ਦਾ ਸੀਨਾ ਕਿਉਂ ਪਾੜਦਾ ਸੀ। ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ ਮੈਨੂੰ ਦੱਸਿਆ ਕਿ ਸਿਆਹੀ ਦੀ ਕਮਾਈ ਨਾਲ ਬਣਦੇ ਮਕਾਨ ਨੇ ਮੈਨੂੰ ਦੱਸਿਆ ਕਿ ਕਿਰਾਏ ਦੇ ਮਕਾਨ ਦੀ ਕੰਧ ਵਿੱਚ ਕਿਲ ਠੋਕਣ 'ਤੇ ਮਾਲਕ ਮਕਾਨ ਦਾ ਸੀਨਾ ਕਿਉਂ ਪਾੜਦਾ ਸੀ। ਉਹਦਾ ਮਕਾਨ ਪਸੀਨੇ ਦੀ ਕਮਾਈ ਦਾ ਸੀ। ਉਹਦਾ ਮਕਾਨ ਪਸੀਨੇ ਦੀ ਕਮਾਈ ਦਾ ਸੀ। ਮੇਰੇ ਬੱਚੇ ਦੇ ਮਾਮੂਲੀ ਸੱਟ ਲੱਗਣ 'ਤੇ ਪਤਨੀ ਦੀਆਂ ਅੱਖਾਂ 'ਚੋਂ ਪਰਲ ਪਰਲ ਅੱਥਰੂ ਡਿੱਗਦੇ ਤਾਂ ਮੈਂ ਖਿੱਚਦਾ ਕਿ ਰੋਣ ਦੀ ਕਿਹੜੀ ਗੱਲ ਹੋਈ। ਮੇਰੇ ਬੱਚੇ ਦੇ ਮਾਮੂਲੀ ਸੱਟ ਲੱਗਣ 'ਤੇ ਪਤਨੀ ਦੀਆਂ ਅੱਖਾਂ 'ਚੋਂ ਪਰਲ ਪਰਲ ਅੱਥਰੂ ਡਿੱਗਦੇ ਤਾਂ ਮੈਂ ਖਿੱਚਦਾ ਕਿ ਰੋਣ ਦੀ ਕਿਹੜੀ ਗੱਲ ਹੋਈ। ਪਰ ਹੁਣ ਮੈਂ ਖਿੱਚਦਾ ਤਾਂ ਮੈਨੂੰ ਸਮਝਾਉਂਦਾ, ਸਿਆਹੀ ਦੀ ਕਮਾਈ ਨਾਲ ਬਣਦਾ ਇਹ ਮਕਾਨ ਕਿ ਖਿੱਚ ਨਾ ਭਲਿਆ ਮਾਨਸਾ, ਬੱਚੇ ਮਾਵਾਂ ਦੇ ਖੂਨ ਦੀ ਕਮਾਈ ਨਾਲ ਬਣੇ ਹਨ। ਹੁਣ ਮੈਂ ਖਿੱਚਦਾ ਤਾਂ ਮੈਨੂੰ ਸਮਝਾਉਂਦਾ, ਸਿਆਹੀ ਦੀ ਕਮਾਈ ਨਾਲ ਬਣਦਾ ਇਹ ਮਕਾਨ ਕਿ ਖਿੱਚ ਨਾ ਭਲਿਆ ਮਾਨਸਾ, ਬੱਚੇ ਮਾਵਾਂ ਦੇ ਖੂਨ ਦੀ ਕਮਾਈ ਨਾਲ ਬਣੇ ਹਨ। ਬਣ ਕੇ ਮਕਾਨ ਬੰਦੇ ਨੂੰ ਨਵਾਂ ਜਹਾਨ ਦਿੰਦਾ, ਬਣਦਾ ਮਕਾਨ ਬੰਦੇ ਨੂੰ ਬੜਾ ਗਿਆਨ ਦਿੰਦਾ। ਕਹਿੰਦੇ ਠੀਕ, ਤੈਨੂੰ ਪੜ੍ਹਨੀ ਆਉਂਦੀ ਆ, ਖੋਰ ਪੜ੍ਹ ਲਾ। ਰੋਣਾ ਨਹੀਂ, ਇਹ ਤੁਹਾਨੂੰ ਵਾਰਨਿੰਗ ਆ, ਕਵਿਤਾ ਸੁਣ ਕੇ ਰੋਣਾ ਨਹੀਂ। 2.5 ਸਾਲ ਦੀ ਬੇਟੀ ਟੀਕੇ ਨੂੰ ਜਾਣਦੀ, 2.5 ਸਾਲ ਦੀ ਬੇਟੀ ਟੀਕੇ ਨੂੰ ਜਾਣਦੀ, ਟੀਕੇ ਵਾਲੇ ਹੱਥ ਨੂੰ ਬਾਰ-ਬਾਰ ਪਰੇ ਕਰਦੀ। ਉਸ ਦੀਆਂ ਬਾਹਾਂ ਕਾਬੂ ਕਰ, ਮੈਂ ਟੀਕਾ ਲਗਵਾ ਦਿੰਦਾ। ਬਹੁਤ ਰੋਂਦੀ ਹੈ ਬੇਟੀ, ਮੈਂ ਪਤਿਆ ਕੇ ਆਖਦਾ ਰੋਣਾ ਨਹੀਂ। ਉਹ ਰੋਂਦੇ ਰੋਂਦੇ ਆਖਦੀ, ਬਹੁਤ ਦੁੱਖ ਲੱਗਦਾ ਪਾਪਾ। ਮੈਂ ਆਖਦਾ, ਤੇਰੇ ਰੋਣ ਨਾਲ ਮੈਨੂੰ ਵੀ ਬਹੁਤ ਦੁੱਖ ਲੱਗਦਾ, ਮੇਰਾ ਵੀ ਰੋਣਾ ਨਿਕਲਦਾ। ਉਹ ਇੱਕਦਮ ਚੁੱਪ ਕਰ ਜਾਂਦੀ, ਆਪਣੀਆਂ ਦੋਵੇਂ ਅੱਖਾਂ ਪੂੰਝ ਆਖਦੀ, ਹੁਣ ਕਦੇ ਨਹੀਂ ਰੋਂਗੀ ਪਾਪਾ, ਮੇਰਾ ਸੱਚਮੁੱਚ ਰੋਣਾ ਨਿਕਲ ਜਾਂਦਾ, ਮੇਰਾ ਸੱਚਮੁੱਚ ਰੋਣਾ ਨਿਕਲ। ਬਹੁਤ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਹਮੇਸ਼ਾ ਵਕਤ ਦੇ ਬੰਦਿਸ਼ ਦੇ ਵਿੱਚ ਰਹਿਣਾ ਚਾਹੀਦਾ ਹੈ ਤੇ ਵਕਤ ਇਸ ਵੇਲੇ ਇਹ ਕਹਿ ਰਿਹਾ ਹੈ ਕਿ ਸਾਨੂੰ ਥੋੜੀ ਦੇਰ ਲਈ ਰੁਕ ਜਾਣਾ ਚਾਹੀਦਾ ਹੈ। ਵਕਤ ਇੱਕ ਛੋਟੇ ਜਿਹੇ ਬ੍ਰੇਕ ਦਾ ਹੋਇਆ, ਤੁਸੀਂ ਕਿਤੇ ਨਾ ਜਾਇਓ। ਇਹ ਸਾਹਿਤਕ ਸਮਾਗਮ ਔਰ ਸਾਹਿਤਕ ਤੰਦਾਂ ਦਾ ਪ੍ਰੋਗਰਾਮ ਲਗਾਤਾਰ ਜਾਰੀ ਰਹੇਗਾ। ਮਿਲਦੇ ਹਾਂ ਬ੍ਰੇਕ ਦੇ ਅਗਲੇ ਰਿਪਾਰ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਤੋਂ ਸਵਾਗਤ ਹੈ। ਆਓ ਤਾਂ ਫਿਰ ਸਾਹਿਤ ਦੀ ਤੰਦ ਨੂੰ ਮੁੜ ਤੋਂ ਜੋੜਦੇ ਹਾਂ ਤੁਹਾਡੇ ਅਤੇ ਤੁਹਾਡੇ ਪਿਆਰੇ ਕਵੀਆਂ ਦੇ ਦਰਮਿਆਨ। ਸਾਡੀ ਕਵਿਤਾ ਦੀ ਬਹੁਤ ਹੀ ਖੂਬਸੂਰਤ ਪਰੰਪਰਾ ਹੈ। ਹਿੰਦੀ ਸ਼ਾਇਰ ਨੇ ਕਿਹਾ ਸੀ ਕਿ ਵਿਯੋਗੀ ਹੋਗਾ ਪਹਿਲਾ ਕਵੀ, ਆਹਾਂ ਸੇ ਉਪਜਾ ਹੋਗਾ ਗਾਨ। ਪਰ ਸਾਡੇ ਇਸ ਧਰਤੀ ਤੇ ਦੁਨੀਆ ਤੋਂ ਮਹਾਨ ਸ਼ਾਇਰ ਪੈਦਾ ਹੋਇਆ ਜਿਨੇ ਮੈਦਾਨੇ ਜੰਗ 'ਚ ਬੈਠ ਕੇ ਦੁਸ਼ਮਣ ਨੂੰ ਕਵਿਤਾ ਲਿਖ ਕੇ ਸਮਝਾਇਆ ਸੀ ਜ਼ਫਰਨਾਮਾ ਕਿ ਤੂੰ ਬੰਦਾ ਬਣ ਜਾ। ਤੇ ਦੂਜੇ ਪਾਸੇ ਜਦੋਂ ਤੀਰ ਚਲਾਉਂਦੇ ਸੀ ਤਾਂ ਤੀਰ ਦੇ ਅੱਗੇ ਸੋਨਾ ਲਾ ਕੇ ਭੇਜਦੇ ਸੀ ਕਿ ਜੇ ਕੋਈ ਬੰਦਾ ਜ਼ਖਮੀ ਹੋਵੇ ਉਹਦਾ ਇਲਾਜ ਹੋ ਜਾਏ, ਜੇ ਉਹਦੀ ਡੈਥ ਹੋ ਜਾਏ ਤਾਂ ਦਾਹ ਸੰਸਕਾਰ ਹੋ ਜਾਏ। ਸੋ ਪਹਿਲਾ ਯੋਧਾ ਕਵੀ ਇਸ ਧਰਤੀ ਤੇ ਉਹ ਹੋਇਆ ਜਿਨ੍ਹਾਂ ਨੇ ਬਿਨਾਂ ਮੈਡੀਕਲ ਬਿੱਲ ਤੋਂ ਰੀਇੰਬਰਸਮੈਂਟ ਐਡਵਾਂਸ ਭੇਜੀ ਹੈ। ਤੇ ਮੈਂ 2 ਲਾਈਨਾਂ 'ਚ ਇਹ ਗੱਲ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਸੀ ਕਿ ਤੀਰਾਂ ਵਾਂਗੂ ਕਵਿਤਾ ਲਿਖਦਾ, ਕਵਿਤਾ ਵਾਂਗੂ ਤੀਰ ਚਲਾਵੇ। ਤੀਰਾਂ ਵਾਂਗੂ ਕਵਿਤਾ ਲਿਖਦਾ, ਕਵਿਤਾ ਵਾਂਗੂ ਤੀਰ ਚਲਾਵੇ। ਕੋਈ ਵਾਰ ਨਾ ਖਾਲੀ ਜਾਵੇ, ਤਬਹਿ ਗੋਬਿੰਦ ਸਿੰਘ ਨਾਮ ਕਹਾਵੇ। ਉਸ ਧਰਤੀ ਤੇ ਅਸੀਂ ਬੈਠੇ ਹਾਂ, ਬਹੁਤ ਵਡਭਾਗੇ ਹਾਂ। ਅੱਜ ਜਿਸ ਮੈਂ ਗੱਡੀ 'ਚ ਆਇਆ, ਪਾਤਰ ਸਾਹਿਬ ਡਰਾਈਵਰ ਨੇ ਕਿੰਨੀ ਖੂਬਸੂਰਤ ਗੱਲ ਕੀਤੀ, ਗੱਲਾਂ ਛੇੜ ਲੀਆਂ। ਕਹਿੰਦਾ ਜੀ ਮੈਂ ਤਾਂ ਆਪਣੇ ਘਰਦਿਆਂ ਨੂੰ ਇਹੀ ਕਹਿਣਾ ਹੁੰਦਾ, ਪਰ ਕਿੰਨੇ ਖੁਸ਼ਕਿਸਮਤ ਹੈ ਕਿ ਪੰਜਾਬ 'ਚ ਜੰਮੇ ਆ। ਇਸ ਤੋਂ ਬਾਅਦ ਤਾਂ ਕੋਈ ਚਾਹੀਦਾ ਨਹੀਂ ਸਾਨੂੰ ਜੇ ਪੰਜਾਬ ਜੰਮਣਾ ਮਿਲ ਜਾਏ। ਸੋ ਜਿੱਥੇ ਇੰਨੀ ਖੂਬਸੂਰਤ ਆਬੋ-ਹਵਾ ਤੇ ਕਵਿਤਾ ਦੀ ਖੁਸ਼ਬੂ ਹੋਵੇ ਉੱਥੇ ਹਰ ਬੰਦਾ ਜਿਉਣਾ ਚਾਹੁੰਦਾ ਹੈ। ਇਸ ਲਈ ਪੰਜਾਬ 'ਚ ਆਉਣਾ ਚਾਹੁੰਦਾ ਤੇ ਅਸੀਂ ਪੰਜਾਬੀ ਹਾਂ, ਸਾਡੀ ਵਿਰਾਸਤ ਪੁਰਾਣੀ ਹੈ ਤੇ ਸ਼ੁਰੂਆਤ ਕਵਿਤਾ ਤੋਂ ਹੋਈ ਹੈ। ਦੁਨੀਆ ਦੀ ਪਹਿਲੀ ਕਿਤਾਬ ਇਸੇ ਧਰਤੀ ਤੇ ਰਚੀ ਗਈ ਹੈ, ਰਿਗਵੇਦ, ਤੇ ਉਹ ਕਵਿਤਾ ਸੀ। ਸੋ ਅਸੀਂ ਦੁਨੀਆ ਨੂੰ ਪੜ੍ਹਨੇ ਪਾਇਆ ਹੋਇਆ ਹੈ। ਸੋ ਅੱਜ ਨਵੇਂ ਪਾੜਿਆਂ ਨੂੰ ਸਾਡੇ ਸ਼ਾਇਰ ਆਪਣੀ ਕਵਿਤਾ ਨਾਲ ਕਿਵੇਂ ਸਿੰਜਦੇ ਨੇ, ਇਸ ਦੀ ਸ਼ੁਰੂਆਤ ਜ਼ਫਰ ਸਾਹਿਬ ਤੋਂ ਹੋ ਚੁੱਕੀ ਹੈ। ਹੁਣ ਮੈਂ ਇੱਕ ਹੋਰ ਕਵੀ ਨੂੰ ਤੁਹਾਡੇ ਰੂਬਰੂ ਕਰ ਰਿਹਾ। ਦੇਖੋ CTV ਨਾਲ ਮਿਊਜ਼ਿਕ ਦੇ ਰਹੀ ਹੈ ਕਵੀ ਦਰਬਾਰ। ਸਾਡੇ ਮੋਢੀ ਕਵੀ ਨੇ ਆਧੁਨਿਕ ਦੌਰ ਦੇ ਭਾਈ ਵੀਰ ਸਿੰਘ, ਉਹਨਾਂ ਬਾਰੇ ਕਿਹਾ ਗਿਆ ਕਿ ਉਹ ਨਿੱਕੀਆਂ ਕਵਿਤਾਵਾਂ ਦੇ ਵੱਡੇ ਕਵੀ ਨੇ, ਪਰ ਉਹਨਾਂ ਦਾ ਇੱਕ ਵਾਰਸ ਉਹ ਵੀ ਹੈ
ਜਿਹੜਾ ਨਿੱਕੀਆਂ ਤੋਂ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਆ, ਤੇ ਜਿਸ ਦਾ ਨਾਮ ਹੈ ਦਰਸ਼ਨ ਬੁੱਟਰ। ਸਾਹਿਤ ਅਕੈਡਮੀ ਅਵਾਰਡ ਜੇਤੂ ਨੇ, ਬਹੁਤ ਹੀ ਪੁਰਖਲੂਸ ਸੁਭਾਅ ਵਾਲੇ ਸ਼ਖਸ ਨੇ, ਬੜੇ ਅੱਛੇ ਸ਼ਾਇਰ ਨੇ। ਦਰਸ਼ਨ ਬੁੱਟਰ ਤੁਹਾਡੇ ਰੂਬਰੂ ਹੋ ਰਹੇ ਨੇ, ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰੋ। ਬੇਟਾ ਇੱਕੋ ਹੀ ਸਾਜ਼ ਹੈ ਜਿਹੜਾ ਵਜਾਉਣਾ ਸਿੱਖਣਾ ਨਹੀਂ ਪੈਂਦਾ, ਆਪਣੇ ਆਪ ਆ ਜਾਂਦਾ ਜਿਹਨੂੰ ਮਰਜ਼ੀ। ਤੇ ਸਰਦੀ ਦਾ ਮੌਸਮ ਹੋਵੇ ਤਾਂ ਹੱਥ ਵੀ ਗਰਮ ਕਰਦਾ। ਇਹ ਸਿਰਫ ਇੱਕ ਰਿਸਪੌਂਸ ਹੁੰਦਾ ਕਿ ਤੁਸੀਂ ਕਿਵੇਂ ਕਿਸੇ ਨੂੰ ਰਿਸਪੌਂਡ ਕਰ ਰਹੇ ਹੋ, ਕਿਉਂਕਿ ਦੂਰ ਬੈਠੇ ਆ, ਵਰਨਾ ਤਾਂ ਚਿਹਰੇ 'ਤੇ ਪਤਾ ਲੱਗ ਜਾਂਦਾ, ਸ਼ਬਦਾਂ ਦੀ ਲੋੜ ਨਹੀਂ ਹੁੰਦੀ। ਦਰਸ਼ਨ ਬੁੱਟਰ ਜੀ। दो छोटियां छोटियां नज़मां। पहली नज़म है होंद स्वीकार दियां। मैं नहीं मरांगा, मैं नहीं मरांगा, संदली दरवाजे दी वाशना नाल, लक्ष्मी दी तिलिस्मी कामना नाल, जदों भी मरांगा वक्त की अनंत गुफा च विचरदियां जिंदगी के मोढियां ते पोली जही थापी दे के अचानक मरांगा। मैं नहीं मरांगा संदली दरवाजे की वाशना नाल, लक्ष्मी की तिलिस्मी कामना नाल, जदों भी मरांगा वक्त की अनंत गुफा च विचरदियां जिंदगी के मोढियां ते पोली जी थापी दे के अचानक मरांगा। बिल्कुल नहीं मरांगा हवस की आवाजाई हेठ आके, हौमे का धतूरा पी के, गर्जां दे फंदे च धौण दे के, जदों भी मरांगा अख की शर्म नाल मरांगा, मन की मिट्टी च पुंगर दे भरम नाल मरांगा। हाँ, मैं कदे नहीं मरांगा मीसणे नैणा दे वार नाल, सुनहरी घुंघरूआं दी टुणकार नाल, पर मैं मर ही जावांगा किसी मजलूम दी बेबस पुकार नाल, ज़मीर उत्ते पे फुल गिले भार नाल। मेहरबानी। एक छोटी जी नज़म होर। रोइए भटकदियां, सरल रेखा नहीं है जिंदगी, जाल बिछे पे ने राहां च कूणी मोड़ां चुरस्तियां दे। मैं भी कदे राही सां इस जंगल दा, मैनू की तो की बना दिता राहां दियां झूठियां तुहमतां ने। वक़्त दी सितम ज़रीफी ने बख्श दिते किन्ने ही कूणी मोड़, ते हर मोड़ तो मेरे नाल हो तुरदा कोई जख्मी गीत। वक्ती बाब रोले मैनू उत्थे ले आए जिथे मेरे तुरन लई जमीन नहीं दलदल है, कुछ कहण लई शब्द नहीं अंकड़े हन, ते कुछ लिखण लई सफ़े नहीं स्क्रीनां हन। लभण गया दी पैड़ लभदा, गुआ आया हाँ अपने पैर, हासियां दे सगूफे वेचदा, खट लिआया हादसे। लंघ रहा वक़्त की काली गुफा चों, गर्दश की बुक्कड़ मार के, नाल मेरे काफले भटकदे रंगां दे, जलावतन पौना दे, धुंधलियां यादां दे। पहला माड़े दिनां लई बचाए अथरू चुरा लए समुंदर ने, ते फिर चंगे दिनां दे हासिल हासे खो लए मलाहां ने। जदों तक सिकंदर सी तां राह दिता दरियावां ने, जदों मैं राह बनिया दरिया भी सिकंदर हो गए। सुंदरां दे चेतियां चों विसर गईयां मुंदरां, तुर गए जोगी दी कोई उड़ीक नहीं, पंछी दे उड्डण ते कंबदी नहीं टहनी, ते कंधां दे डोलण ते बूहे उदास नहीं हुंदे। मैनू कदे रास ना आई खुदी नूं मेटण दी जाच, दुखदियां नौंदर नाल दायरियां दी फसील किवें खुरचदा, कैसा गेड़ है वक्त दे पहिए दा।
ਖਾਸ ਮਲਾਹਾਂ ਦੀ ਉਡੀਕ ਵੀ ਮੁੱਕ ਚੱਲੀ। ਮਿਟ ਗਿਆ ਫਰਕ ਆਮ ਅਤੇ ਖਾਸ ਵਿਚਲਾ। ਹੁਣ ਇਹ ਪੱਤਣ ਆਮ ਮਲਾਹਾਂ ਲਈ ਹੈ। ਜਿੱਥੇ ਵੀ ਰਾਤ ਪੈਂਦੀ ਆਪਣੇ ਆਪ ਨੂੰ ਉੱਪਰ ਤਾਣ ਕੇ ਸੌਂ ਜਾਂਦਾ ਹਾਂ, ਤੇ ਜਦੋਂ ਵੀ ਦਿਨ ਚੜ੍ਹਦਾ ਆਪਣੇ ਆਪ ਨੂੰ ਪੈਰੀਂ ਪਹਿਨ ਕੇ ਤੁਰ ਪੈਂਦਾ ਹਾਂ। ਨਾ ਕੁਝ ਪਾਉਣ ਦੀ ਇੱਛਾ ਹੈ ਬਾਕੀ, ਨਾ ਕੁਝ ਗਵਾਉਣ ਦਾ ਡਰ ਹੈ ਕੋਲ। ਅੱਗ ਤੇ ਤੁਰ ਰਿਹਾ ਹਾਂ, ਬਰਫ਼ ਦਾ ਦੀਵਾ ਲੈ ਕੇ। ਅੱਗ ਤੇ ਤੁਰ ਰਿਹਾ ਹਾਂ, ਬਰਫ਼ ਦਾ ਦੀਵਾ ਲੈ ਕੇ। ਮਿਹਰਬਾਨੀ। ਵੇਲਾ ਇੱਕ ਹੋਰ ਛੋਟੇ ਬ੍ਰੇਕ ਦਾ ਹੋਇਆ। ਬ੍ਰੇਕ ਦੇ ਅਗਲੇਰੇ ਪਾਰ ਵੀ ਸਾਹਿਤਕ ਤੰਦਾਂ ਦਾ ਇਹ ਪ੍ਰੋਗਰਾਮ ਮੰਚ ਤੋਂ ਇਸੇ ਤਰੀਕੇ ਨਾਲ ਤੁਹਾਡੇ ਰੂਬਰੂ ਹੁੰਦਾ ਰਹੇਗਾ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਤੋਂ ਸਵਾਗਤ ਹੈ। ਆਓ ਤਾਂ ਫਿਰ ਸਾਹਿਤ ਦੀ ਤੰਦ ਫਿਰ ਤੋਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਤੁਹਾਡੇ ਦਰਮਿਆਨ ਜੋੜ ਦਿੰਦੇ ਹਾਂ। ਸਾਡੀ ਇੱਕ ਲੋਕਧਾਰਾ ਦੀ ਲਾਈਨ ਹੈ ਕਿ ਰਾਈ ਰਾਈ ਰਾਈ, ਇਹ ਵੀ ਤੇਰਾ ਸ਼ੁਕਰ ਰੱਬਾ, ਸਿੱਧੀ ਦਿਲ ਨੂੰ ਜੀਭ ਨਾ ਲਾਈ। ਸੋ ਸ਼ਾਇਰਾਂ ਦੇ ਦਿਲ ਨੂੰ ਜੀਭ ਲੱਗੀ ਹੋਈ ਹੈ ਤੇ ਤੁਹਾਡੇ ਕੋਲ ਸਿੱਧੀ ਇੰਜੈਕਟ ਹੋ ਰਹੀ ਹੈ, ਮਾਹੌਲ ਦੱਸ ਰਿਹਾ। ਆਤਮ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕ। ਇੰਨਾ ਖੂਬਸੂਰਤ ਮਾਹੌਲ, ਇੰਨੇ ਸਿਆਣੇ ਬੱਚੇ ਕਵਿਤਾ ਨੂੰ ਇੰਜੋਏ ਕਰ ਰਹੇ ਨੇ। ਭਾਈ ਵੀਰ ਸਿੰਘ ਹੋਰਾਂ ਨੂੰ ਫੇਰ ਦੁਬਾਰਾ ਯਾਦ ਕਰ ਰਹੇ ਹਾਂ। ਉਹਨਾਂ ਨੇ ਲਿਖਿਆ ਸੀ ਕਿ ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪਟੁਰ ਜਾਣ ਦੀ ਹੈ, ਪੂਰੀ ਹੁੰਦੀ ਨਾ ਮੈਂ ਤਰਲੇ ਰਹਿ ਰਿਹਾ। ਪਰ ਅੱਜ ਜਿੰਨੇ ਮਰਜ਼ੀ ਤਰਲੇ ਲੈ ਲੈ, ਕभी ਛਿਪਿਆ ਨਹੀਂ ਰਹਿ ਸਕਦਾ। ਫੇਸ ਟੂ ਫੇਸ ਨਾ ਹੋਵੇ, ਫੇਸਬੁੱਕ ਫੜ ਲੈਂਦੀ ਹੈ। ਦੋ ਸਾਡੇ ਐਸੇ ਸ਼ਾਇਰ ਨੇ ਪੰਜਾਬੀ ਦੇ ਜਿਹੜੇ ਬਹੁਤ ਦੇਰ ਤੋਂ ਲਿਖ ਰਹੇ ਨੇ, ਬੜਾ ਅੱਛਾ ਲਿਖ ਰਹੇ ਨੇ, ਪਰ ਉਹ ਆਪਣੇ ਚੁੱਪ ਰਹਿਣੇ ਸੁਭਾਅ ਕਰਕੇ। ਕੁਛ ਉਹ ਪੰਜਾਬ ਦੀ ਤੀਸਰੀ ਵੰਡ ਦੇ ਝੰਬੇ ਹੋਏ। ਇੱਕ ਵੰਡ 1912 'ਚ ਹੋਈ ਸੀ, ਦਿੱਲੀ ਪੰਜਾਬ ਤੋਂ ਕੱਟਿਆ ਗਿਆ ਸੀ। ਫਿਰ 14 ਅਗਸਤ 47 ਨੂੰ ਹੋਈ। ਤੀਜੀ ਜਿਹੜੀ ਦਿਖਦੀ ਨਹੀਂ, ਉਹ 1 ਨਵੰਬਰ 1966 ਨੂੰ ਹੋਈ। ਤੇ ਜਿਹੜੇ ਸਾਡੇ ਇਲਾਕੇ ਅਬੋਹਰ, ਫਾਜ਼ਿਲਕਾ, ਹੁਸੈਨੀ ਵਾਲਾ ਬਾਰਡਰ ਦੇ ਲਾਗੇ, ਉਹ ਹਰਿਆਣਾ ਪੰਜਾਬ ਦੇ ਵਿੱਚ ਕਿਤੇ ਫਸ ਗਏ ਤੇ ਕੰਡੂ ਖੇੜਾ ਇੱਕ ਪਿੰਡ ਆ ਗਿਆ, ਕੰਡੂ ਖੇੜਾ ਕਰੂ ਨਬੇੜਾ। ਤੇ ਸਾਡੇ ਦੋਨੋਂ ਸ਼ਾਇਰ ਉਸ ਇਲਾਕੇ ਦੇ ਨੇ। ਬਹੁਤ ਖੂਬਸੂਰਤ ਗਜ਼ਲ ਕਹਿੰਦੇ ਆ, ਪਰ ਪਿਛਲੇ ਸਮੇਂ ਵਿੱਚ ਨਵੀਂ ਜਨਰੇਸ਼ਨ 'ਚ ਇੱਕ ਨਵੀਂ ਸੈਂਸੇਸ਼ਨ ਬਣੀ ਉਹਨਾਂ ਦੀ ਪੋਇਟਰੀ। ਮੈਂ ਉਹ ਤੁਹਾਡੇ ਰੂਬਰੂ ਕਰਨ ਲੱਗਿਆ। ਪਰ ਇਸ ਦਰਮਿਆਨ ਜਿਹੜੇ ਸ਼ਾਇਰ ਦੋਸਤ ਇੱਥੇ ਆਏ ਨੇ, ਦੇਵ ਦਰਦ ਜੀ ਬੈਠੇ ਨੇ, ਹਰਮੀਤ, ਭੁਪਿੰਦਰਪ੍ਰੀਤ, ਕੁਲਬੀਰ ਗੋਜਰਾ ਮੇਰਾ ਅਜ਼ੀਜ਼ ਦਿੱਲੀ ਤੋਂ, ਤੇ ਜਿਹੜੇ ਵੀ ਸ਼ਾਇਰ ਦੋਸਤ ਇੱਥੇ ਸਰੋਤਿਆਂ 'ਚ ਬੈਠੇ, ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਤੇ ਹੁਣ ਮੈਂ ਜਿਹੜੇ ਦੋ ਸ਼ਾਇਰਾਂ ਦੀ ਗੱਲ ਕੀਤੀ ਹੈ, ਗਜ਼ਲ ਦੇ ਖੂਬਸੂਰਤ ਸ਼ਾਇਰ, ਉਸ ਵਿੱਚੋਂ ਪਹਿਲਾਂ ਵਿਵੇਕਸ਼ੀਲ ਕਵੀ ਦੇ ਉਸ ਅਹਿਸਾਸਮੰਦ ਬੋਲਾਂ ਨੂੰ ਤੁਹਾਡੇ ਰੂਬਰੂ ਕਰ ਰਿਹਾ। ਵਿਜੇ ਵਿਵੇਕ ਜੀ। ਦੋ ਗਜ਼ਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਕਿ ਖਲੋ ਕੇ ਓਟ ਵਿੱਚ, ਖਲੋ ਕੇ ਓਟ ਵਿੱਚ ਤੂਫਾਨ ਨੂੰ ਚੰਚਲ ਹਵਾ ਨਾ ਕਹਿ। ਖਲੋ ਕੇ ਓਟ ਵਿੱਚ ਤੂਫਾਨ ਨੂੰ ਚੰਚਲ ਹਵਾ ਨਾ ਕਹਿ। ਝੜੇ ਪੱਤਿਆਂ ਤੇ ਬੁਝਿਆਂ ਦੀਵਿਆਂ ਦੇ ਰੂਬਰੂ ਵੀ ਬਹਿ। ਖਲੋ ਕੇ ਓਟ ਵਿੱਚ ਤੂਫਾਨ ਨੂੰ ਚੰਚਲ ਹਵਾ ਨਾ ਕਹਿ। ਝੜੇ ਪੱਤਿਆਂ ਤੇ ਬੁਝਿਆਂ ਦੀਵਿਆਂ ਦੇ ਰੂਬਰੂ ਵੀ ਬਹਿ। ਔਰ ਵਫਾ ਤਾਂ ਮਰ ਗਈ, ਨਫ਼ਰਤ ਹੀ ਜ਼ਿੰਦਾ ਰਹਿ ਸਕੇ ਸ਼ਾਇਦ। ਵਫਾ ਤਾਂ ਮਰ ਗਈ, ਨਫ਼ਰਤ ਹੀ ਜ਼ਿੰਦਾ ਰਹਿ ਸਕੇ ਸ਼ਾਇਦ। ਮੇਰੇ ਨਾਜ਼ੁਕ ਦਿਲਾ, ਹੁਣ ਤੂੰ ਕਿਸੇ ਖੰਜਰ ਦੇ ਸੀਨੇ ਲੈ। ਵਫਾ ਤਾਂ ਮਰ ਗਈ, ਵਫਾ ਤਾਂ ਮਰ ਗਈ, ਨਫ਼ਰਤ ਹੀ ਜ਼ਿੰਦਾ ਰਹਿ ਸਕੇ ਸ਼ਾਇਦ। ਮੇਰੇ ਨਾਜ਼ੁਕ ਦਿਲਾ, ਹੁਣ ਤੂੰ ਕਿਸੇ ਖੰਜਰ ਦੇ ਸੀਨੇ ਲੈ। ਔਰ ਸਾਡੇ ਇਸ਼ਕ ਆਪਣੇ ਹੁਸਨ ਨੂੰ ਵਿਸਥਾਰ ਦੇ ਏਦਾਂ। ਸਾਡੇ ਇਸ਼ਕ ਆਪਣੇ ਹੁਸਨ ਨੂੰ ਵਿਸਥਾਰ ਦੇ ਏਦਾਂ। ਮੇਰੇ ਮਹਿਬੂਬ, ਤੂੰ ਮੇਰੇ ਰਕੀਬਾਂ ਦਾ ਵੀ ਹੋ ਕੇ ਰਹਿ। ਮੇਰੇ ਮਹਿਬੂਬ, ਸਾਡੇ ਇਸ਼ਕ ਆਪਣੇ ਹੁਸਨ ਨੂੰ ਵਿਸਥਾਰ ਦੇ ਏਦਾਂ। ਮੇਰੇ ਮਹਿਬੂਬ, ਤੂੰ ਮੇਰੇ ਰਕੀਬਾਂ ਦਾ ਵੀ ਹੋ ਕੇ ਰਹਿ। ਔਰ ਨਾ ਤੈਰਨ ਨੂੰ ਜਗ੍ਹਾ ਇੱਥੇ, ਨਾ ਡੁੱਬਣ ਨੂੰ ਹੀ ਥਾਂ ਕੋਈ।
ਨਾ ਤੈਰਨ ਨੂੰ ਜਗ੍ਹਾ ਇੱਥੇ, ਨਾ ਡੁੱਬਣ ਨੂੰ ਹੀ ਥਾਂ ਕੋਈ। ਸਮੁੰਦਰ ਇਸ਼ਕ ਦਾ ਐਸਾ ਹੈ ਜਿਸ ਦੀ ਨਾ ਸਤਾ ਨਾ ਤੈਅ। ਸਮੁੰਦਰ ਇਸ਼ਕ ਦਾ ਐਸਾ ਹੈ ਜਿਸ ਦੀ ਨਾ ਸਤਾ ਨਾ ਤੈਅ। और तू जिस रास्ते भी जावेंगी समुंदर तक ही जावेंगी। तू जिस रास्ते भी जावेंगी समुंदर तक ही जावेंगी। नी चंचल मन दिए नदिये रता निश्चिंत होके वह। नी चंचल मन दिए नदिये रता निश्चिंत होके वह। एक होर गज़ल है कि खुद नू हीर खुदा नू ਰਾਂਝਾ ਲਿਖਦਾ ਹੈ। ਖੁਦ ਨੂੰ ਹੀਰ ਖੁਦਾ ਨੂੰ ਰਾਂਝਾ ਲਿਖਦਾ ਹੈ। ਉਹ ਸਿਆਣਾ ਹੈ ਬੰਦੇ ਨੂੰ ਬੰਦਾ ਲਿਖਦਾ ਹੈ। ਖੁਦ ਨੂੰ ਹੀਰ ਖੁਦਾ ਨੂੰ ਰਾਂਝਾ ਲਿਖਦਾ ਹੈ। ਸਿਆਣਾ ਹੈ ਬੰਦੇ ਨੂੰ ਬੰਦਾ ਲਿਖਦਾ ਹੈ। ਔਰ ਠੱਗੀ ਚੋਰੀ ਧੱਕਾ ਧੋਖਾ ਲਿਖਦਾ ਹੈ। ਠੱਗੀ ਚੋਰੀ ਧੱਕਾ ਧੋਖਾ ਲਿਖਦਾ ਹੈ। ਉਹ ਹੋਰ ਬਥੇਰਾ ਪਿੱਟ ਸਿਆਪਾ ਲਿਖਦਾ ਹੈ। ਠੱਗੀ ਚੋਰੀ ਧੱਕਾ ਧੋਖਾ ਲਿਖਦਾ ਹੈ। ਉਹ ਹੋਰ ਬਥੇਰਾ ਪਿੱਟ ਸਿਆਪਾ ਲਿਖਦਾ ਹੈ। ਔਰ ਜਦ ਵੀ ਆਪਣੇ ਦੁੱਖ ਦਾ ਕਿੱਸਾ ਲਿਖਦਾ ਹੈ। ਜਦ ਵੀ ਆਪਣੇ ਦੁੱਖ ਦਾ ਕਿੱਸਾ ਲਿਖਦਾ ਹੈ ਕੀੜੇ ਨੂੰ ਵੀ ਹਾਥੀ ਜਿੱਡਾ ਲਿਖਦਾ ਹੈ। ਜਦ ਵੀ ਆਪਣੇ ਦੁੱਖ ਦਾ ਕਿੱਸਾ ਲਿਖਦਾ ਹੈ ਕੀੜੇ ਨੂੰ ਵੀ ਹਾਥੀ ਜਿੱਡਾ ਲਿਖਦਾ ਹੈ। ਔਰ ਆਪ ਨਹੀਂ ਬਣ ਸਕਿਆ ਮਜਨੂ ਤਾਂ ਕੀ ਹੈ। ਆਪ ਨਹੀਂ ਬਣ ਸਕਿਆ ਮਜਨੂ ਤਾਂ ਕੀ ਹੈ। ਤੈਨੂੰ ਤਾਂ ਲੈਲੀ ਤੋਂ ਜ਼ਿਆਦਾ ਲਿਖਦਾ ਹੈ। ਆਪ ਨਹੀਂ ਬਣ ਸਕਿਆ ਮਜਨੂ ਤਾਂ ਕੀ ਹੈ। ਤੈਨੂੰ ਤਾਂ ਲੈਲੀ ਤੋਂ ਜ਼ਿਆਦਾ ਲਿਖਦਾ ਹੈ। ਆਪ ਨਹੀਂ ਬਣ ਸਕਿਆ ਮਜਨੂ ਤਾਂ ਕੀ ਹੈ। ਤੈਨੂੰ ਤਾਂ ਲੈਲੀ ਤੋਂ ਜ਼ਿਆਦਾ ਲਿਖਦਾ ਹੈ। ਔਰ ਸਿੱਖ ਰਿਹਾ ਹੈ ਇਸ਼ਕ 'ਚ ਕੀ ਨੁਕਸਾਨ ਨਫਾ। ਸਿੱਖ ਰਿਹਾ ਹੈ ਇਸ਼ਕ 'ਚ ਕੀ ਨੁਕਸਾਨ ਨਫਾ। ਕੈਦੋਂ ਦੇ ਦਫ਼ਤਰ ਦਾ ਖਾਤਾ ਲਿਖਦਾ ਹੈ। ਸਿੱਖ ਰਿਹਾ ਹੈ ਇਸ਼ਕ 'ਚ ਕੀ ਨੁਕਸਾਨ ਨਫਾ। ਕੈਦੋਂ ਦੇ ਦਫ਼ਤਰ ਦਾ ਖਾਤਾ ਲਿਖਦਾ ਹੈ। ਔਰ ਬਣਦਾ ਜਾਂਦਾ ਬਿਲਕੁਲ ਵਿਜੇ ਵਿਵੇਕ ਜਿਹਾ। ਬਣਦਾ ਜਾਂਦਾ ਬਿਲਕੁਲ ਵਿਜੇ ਵਿਵੇਕ ਜਿਹਾ। ਉਸ ਵਾਂਗੂ ਹੀ ਮੋਟਾ ਠੁੱਲਾ ਲਿਖਦਾ ਹੈ। ਬਣਦਾ ਜਾਂਦਾ ਬਿਲਕੁਲ ਵਿਜੇ ਵਿਵੇਕ ਜਿਹਾ। ਉਸ ਵਾਂਗੂ ਹੀ ਮੋਟਾ ਠੁੱਲਾ ਲਿਖਦਾ ਹੈ। ਔਰ ਮੈਂ ਤਾਂ ਕਦ ਦੀ ਤਜ ਦਿੱਤੀ ਇਹ ਭੈੜੀ ਬਾਣ। ਮੈਂ ਤਾਂ ਕਦ ਦੀ ਤਜ ਦਿੱਤੀ ਇਹ ਭੈੜੀ ਬਾਣ। ਅੱਜ ਕੱਲ ਮੇਰਾ ਕੁੱਤਾ ਕਵਿਤਾ ਲਿਖਦਾ ਹੈ। ਅੱਜ ਕੱਲ ਮੇਰਾ ਕੁੱਤਾ ਕਵਿਤਾ ਲਿਖਦਾ ਹੈ। ਥੈਂਕ ਯੂ। ਬ੍ਰੇਕ ਦੇ ਇਸ ਪਾਰ ਤੁਹਾਡਾ ਮੁੜ ਤੋਂ ਸਵਾਗਤ ਹੈ। ਆਓ ਤਾਂ ਫਿਰ ਸਾਹਿਤ ਦੀ ਤੰਦ ਫਿਰ ਤੋਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਤੁਹਾਡੇ ਦਰਮਿਆਨ ਜੋੜ ਦਿੰਦੇ ਹਾਂ। ਪਿਆਰੇ ਦੋਸਤੋ, ਜਿੰਨੀ ਜ਼ਿੰਦਗੀ ਦੇ ਮਹੀਨ ਅਨੁਭਵ ਪਿਆਰ ਬਾਰੇ ਜਿੰਨੀ ਬਰੀਕ ਗਜ਼ਲ ਅਸੀਂ ਵਿਜੇ ਜੀ ਤੋਂ ਸੁਣੀ ਉਹ ਆਪਣੀ ਮਿਸਾਲ ਆਪ ਹੈ। ਤੇ ਸ਼ਾਇਰ ਦੀ ਖਾਸੀਅਤ ਹੁੰਦੀ ਹੈ ਕਿ ਬਿਨਾਂ ਬੋਲੇ ਬਹੁਤ ਕੁਝ ਬੋਲਦਾ। ਉਰਦੂ ਸ਼ਾਇਰ ਆबिद ਦਾ ਇੱਕ ਸ਼ੇਰ ਹੈ ਕਿ ਵਕਤ रुखसत व चुप रहे आबिद। वक्त रुखसत व चुप रहे आबिद आंख से फैलता रहा काजल। इसी तरह एक होर इसी तरह का शेर सी कि सोने का दिल मिलेगा इसी इंतजार में। सोने का दिल मिलेगा इसी इंतजार में। सुनते हैं उसके बाल भी चांदी के हो गए। सो शायरी बोलती है दिल दियां घुंडियां खोलती है तो कोई जवाब नहीं। एक पश्चिम ਦੇ ਵਿੱਚ परंपरा है पेंटर पोइट्स ਦੀ। ਜਿਹੜੇ पेंटर भी ने ਤੇ पोइट भी ने ਉਹਨਾਂ ਦਾ ਵੱਖਰਾ ਐਨਾਲਿਸਿਸ ਵੀ ਹੋਇਆ। ਉਹਨਾਂ ਦੀ ਪੇਂਟਿੰਗ ਤੇ ਪੋਇਟ ਨੂੰ ਜੋੜ ਕੇ ਬਹੁਤ ਸਾਰਾ ਕੰਮ ਹੋਇਆ। ਉਸ पेंटर पोइट्स ਦੀ ਟ੍ਰੈਡੀਸ਼ਨ ਪੰਜਾਬੀ ਦੇ ਵਿੱਚ ਦੇਵ ਹੋਰਾਂ ਤੋਂ ਸ਼ੁਰੂ ਹੋਈ ਸੀ ਤੇ ਸਭੀ ਹੋਰਾਂ ਨਾਲ ਸਿਖਰ ਤੇ ਪਹੁੰਚੀ ਹੈ। ਸੋ ਸਵਰਨਜੀਤ ਸਭੀ ਜਿੰਨੇ ਅੱਛੇ ਸ਼ਾਇਰ ਨੇ ਉਨੇ ਹੀ ਅੱਛੇ ਪੇਂਟਰ ਨੇ। ਇਹ ਸ਼ਬਦਾਂ ਦੇ ਵਿੱਚ ਚਿੱਤਰ ਵਾਉਂਦੇ ਨੇ, ਚਿੱਤਰਾਂ ਦੇ ਵਿੱਚ ਸ਼ਬਦ ਵਾਉਂਦੇ ਨੇ। ਦੋਨੋਂ ਆਦਾਨ ਪ੍ਰਦਾਨ ਚੱਲਦਾ। ਸੋ ਮੈਂ ਹੁਣ ਸਭੀ ਹੋਰਾਂ ਨੂੰ ਗੁਜ਼ਾਰਿਸ਼ ਕਰਾਂਗੇ ਮੰਚ ਤੇ ਆਉਣ। ਇਨ ਬਿਟਵੀਨ ਜਿਹੜੇ ਜਿਹੜੇ ਸ਼ਾਇਰ ਪੰਡਾਲ ਚ ਆ ਰਹੇ ਨੇ ਮੈਂ ਸਵਾਗਤ ਕਰੀ ਜਾਣਾ। ਵਿਪਨਪ੍ਰੀਤ ਹਨੇਰਾ ਗਈ ਹੈ ਬੇਟਾ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। आओ जी सभी जी।
आवाज उभरी पानी हो जा, आवाज उभरी पानी हो जा, सेक इन्ना कि सदियां दा ठाड़ टुटिया, सेक इन्ना कि सदियां दा ठाड़ टुटिया, तिड़किया बर्फीला आपा, तिड़किया बर्फीला आपा, चोटियां धार होइयां त्रेड़ां राह दिते, चोटियां धार होइयां त्रेड़ां राह दिते, वहन ऐसा कुछ रह न जाए अणछुआ, वहन ऐसा कुछ रह न जाए अणछुआ, पी गई प्यासी धरत गर्म कोसा पानी, पी गई प्यासी धरत गर्म कोसा पानी, सोख लई बूंद बूंद पानी धरत साहो साही, पानी धरत साहो साही, सदियां दी ठार सदियां दी प्यास एक मिक, सदियां दी ठार सदियां दी प्यास एक मिक। ਅਸੀਂ जिस दौर चों लंघ रहे हैं ਉਹਦੇ 'ਚ कुछ चीज़ां बड़ियां अजीब वापरन वालियां ने साडे आले दुआले, जल्दी वापरन वालियां ने, उन्हां दे बारे एक कविता। अंत नूं अंत हो जाना नौकरियां दा, अंत नूं अंत हो जाना नौकरियां दा, वकील डॉक्टर ड्राइवर सेल्समैन पहले पूर दी बली दे बकरे, वकील डॉक्टर ड्राइवर सेल्समैन पहले पूर दी बली दे बकरे, कवि लेखक पेंटर संगीतकार ममता नरसां कोल समा है जे, कवि लेखक पेंटर संगीतकार ममता नरसां कोल समा है जे, सिख जावेगा वेदन संवेदन, सिख जावेगा वेदन संवेदन, दुख दर्द गुस्सा प्यार, माइक्रो बायोलॉजी टच ते लर्निंग सदका, सिख जावेगा वेदन संवेदन, दुख दर्द गुस्सा प्यार, माइक्रो बायो टच ते लर्निंग सदका, इश्क च पागल आशकां दी लड़ाई खुशी दियां चीकां बातां समझण च वक्त लग सकता, इश्क च पागल आशकां दी लड़ाई खुशी दियां चीकां बातां समझण च वक्त लगेगा, अजे तां सुना सकदा उन्हां लई कोई लुभावना गीत, भलक नूं कंपोज भी कर सकदा, अजे तां सुना सकदा उन्हां लई कोई लुभावना गीत, भलक नूं कंपोज भी कर सकदा, फिर भी लगदा मन दी चुप नूं फड़ना, फिर भी लगदा मन दी चुप नूं फड़ना आखिरी पूर दा हिस्सा, आखिरी पूर दा हिस्सा। कोरोना दे कई रंग असीं देखे, एक थोड़ा हल्का जिहा रंग कोरोना वकेशनस, जूम मीटिंग सी मित्रां दी, कोरोना वकेशनस जूम मीटिंग सी मित्रां दी, 2-2.5 घंटे उपर कमरे च यारां नाल गलबात, 2-2.5 घंटे उपर कमरे च यारां नाल गलबात, संसार दे बदलदे रूप बारे, नवें बनदे सरूप बारे, कुछ उदास खबरां, कुछ उदास खबरां ते गपशप तो बाद हेठां आया, रोटी खा लई मित्रां कोल, रोटी खा ली मित्रां कोल जां बना देवां, लोड़ नहीं रज के आया, दारू लुधियाने तो, कबाब लाहौरों, दाल सब्जी पटियाले तो, मल्टी ग्रेन रोटियां दिल्लीों आईयां, सब आनंद मंगल है, सब आनंद। करोना ने सानू काढ़ा बहुत बुलाया सारिਆਂ ਨੂੰ, ਉਹਦੇ ਬਾਰੇ ਇੱਕ ਹਲਕੀ ਜਿਹੀ ਕਵਿਤਾ ਬਣਾ। बीवी दिंदी काढ़ा पी लो तन मन शांत रहो, बीवी दिंदी काढ़ा पी लो तन मन शांत रहू, सवेर सार सब साफ हो जाओ। खबरां मीडिया भाषण वादे लारे योजनावां
ਰਾਜਨੇਤਾ ਸਭ ਦਿੰਦੇ ਕਾੜਾ। ਖਬਰਾਂ, ਮੀਡੀਆ, ਭਾਸ਼ਣ, ਵਾਅਦੇ, ਲਾਰੇ, ਯੋਜਨਾਵਾਂ, ਰਾਜਨੇਤਾ ਸਭ ਦਿੰਦੇ ਕਾੜਾ। ਭਵਿੱਖ 'ਚ ਸਭ ਠੀਕ ਹੋਏਗਾ, ਭਵਿੱਖ 'ਚ ਸਭ ਠੀਕ ਹੋਏਗਾ। ਬੀਵੀ ਮੁਸਕੜੀ ਹੱਸਦੀ, ਨੇਤਾ ਮੀਸਣਾ। ਬੀਵੀ ਮੁਸਕੜੀ ਹੱਸਦੀ, ਨੇਤਾ ਮੀਸਣਾ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਪਿਆਰੇ ਸਭੀ। ਨਵੀਂ ਪੀੜ੍ਹੀ ਨੂੰ ਕੁਝ ਗੱਲਾਂ ਦਾ ਨਹੀਂ ਪਤਾ, ਪਰ ਪੁਰਾਣੀਆਂ ਗੱਲਾਂ ਬਦਲ ਕੇ ਨਵੇਂ ਸਿਰੋਂ ਆ ਜਾਂਦੀਆਂ। ਭਲੇ ਵੇਲਿਆਂ 'ਚ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਖਤ ਪੱਤਰ ਲਿਖਦੇ ਸੀ, ਉਹ ਫਿਰ ਕੋਈ ਸੋਹਣੇ ਹੈਂਡਰਾਈਟਿੰਗ ਵਾਲਾ ਬੰਦਾ ਲੱਭਦੇ ਸੀ ਤਾਂ ਕਿ ਲੱਗੇ ਕਿ ਮੇਰੀ ਹੈਂਡਰਾਈਟਿੰਗ ਚੰਗੀ ਹੈ। ਉਹ ਬਾਅਦ 'ਚ ਪਤਾ ਲੱਗਦਾ ਸੀ ਵੀ ਇਹ ਸ਼ਾਹੀ 'ਚ ਪਾ ਕੇ ਕੀੜਾ ਕਿਹਨੇ ਛੱਡਿਆ ਹੋਇਆ। ਅੱਜ ਜਦੋਂ ਅਸੀਂ ਮੋਬਾਈਲ ਯੂਜ਼ ਕਰਦੇ ਹਾਂ ਤਾਂ ਬਹੁਤ ਸਾਰੇ ਉਹ 'ਚ ਫੌਂਟ ਨੇ, ਲੇਕਿਨ ਜੇ ਕਿਸੇ ਨੂੰ ਸੋਹਣਾ ਖਤ ਲਿਖਣਾ ਹੋਵੇ ਦੋਸਤ ਨੂੰ, ਮਿੱਤਰ ਨੂੰ, ਤਾਂ ਇੱਕ ਜਿਹਾ ਫੌਂਟ ਜਿਹੜਾ ਐਂ ਲੱਗਦਾ ਤੁਸੀਂ ਖੁਦ ਲਿਖਿਆ। ਜਦੋਂ ਇਹ ਨਵਾਂ ਫੌਂਟ ਆਇਆ ਤੇ ਗੁਰਭਜਨ ਗਿੱਲ ਸਾਡੇ ਕੇਂਦਰੀ ਬਿਊਰੋ ਨੇ ਸਾਰੇ ਸਾਹਿਤਕਾਰਾਂ ਦੀਆਂ ਖਬਰਾਂ ਦੇ, ਉਹਨਾਂ ਦਾ ਮੈਨੂੰ ਖਤ ਆਇਆ। ਮੈਂ ਕਿਹਾ ਯਾਰ ਤੇਰਾ ਹੈਂਡਰਾਈਟਿੰਗ ਇੰਨਾ ਸੋਹਣਾ, ਮੈਨੂੰ ਤਾਂ ਪਤਾ ਨਹੀਂ ਲੱਗਿਆ। ਨਹੀਂ, ਕਹਿੰਦਾ ਮੇਰਾ ਨਹੀਂ ਯਾਰ, ਤਾਂ ਨਵਾਂ ਫੌਂਟ ਹੈ। ਤੇ ਅਜਿਹਾ ਫੌਂਟ ਕੋਈ ਸ਼ਾਇਰ ਹੀ ਪੈਦਾ ਕਰ ਸਕਦਾ ਸੀ। ਸੋ ਜਿਹੜੀ ਸੋਹਣੀ ਹੈਂਡਰਾਈਟਿੰਗ ਵਾਲਾ, ਜਿਹੜਾ ਲੱਗਦਾ ਕਿ ਮੈਂ ਆਪਣੇ ਹੱਥ ਨਾਲ ਲਿਖ ਰਿਹਾ, ਉਸ ਫੌਂਟ ਰਾਹੀਂ ਆਲਰੇਡੀ ਤੁਹਾਡੀਆਂ ਜੇਬਾਂ 'ਚ ਪਹੁੰਚਿਆ ਹੋਇਆ ਉਹ ਸਾਡਾ ਬਹੁਤ ਪਿਆਰਾ ਸ਼ਾਇਰ, ਜਿਸ ਦਾ ਮੈਂ ਜੋੜੀ ਸ਼ਾਇਰ ਦਾ ਜ਼ਿਕਰ ਕੀਤਾ ਸੀ ਫਿਰੋਜ਼ਪੁਰ ਅਬੋਹਰ ਵਾਲੇ ਪਾਸਿਓਂ, ਜਿਹੜੇ ਚੁੱਪ ਰਹਿਣੇ ਸੁਭਾਅ ਦੇ ਨੇ, ਪਰ ਉਹਨਾਂ ਦੀ ਕਵਿਤਾ ਪਹਿਲਾਂ ਬੋਲਦੀ ਸੀ, ਹੁਣ ਉਹ ਲੋਕਾਂ ਦੇ ਫੋਨਾਂ ਵਿੱਚ ਵੀ ਗੂੰਜਦੇ ਨੇ, ਸੋਸ਼ਲ ਮੀਡੀਆ ਰਾਹੀਂ ਹਰ ਬੰਦੇ ਦੇ ਨੇੜੇ ਨੇ। ਮੇਰੇ ਬੇਟੇ ਨੇ ਉਹਨੂੰ ਕਿਹਾ, ਪਾਪਾ ਇਹ ਕੁਹਾਰ ਵਾਲਾ ਅੰਕਲ ਕੌਣ ਨੇ, ਬਹੁਤ ਸੋਹਣਾ ਲਿਖਦੇ ਨੇ। ਮੈਂ ਕੋਈ ਨਹੀਂ ਤੈਨੂੰ ਮਿਲਾਉਂਗਾ, ਤੇਰੇ ਨਾਨਕਿਆਂ ਦੇ ਨੇੜੇ ਤੇੜੇ ਦੇ ਸ਼ਹਿਰ ਦੇ ਨੇ। ਬਹੁਤ ਹੀ ਅਦਬ ਸਤਿਕਾਰ ਨਾਲ ਗੁਰਤੇਜ ਕੁਹਾਰ ਵਾਲਾ ਜੀ। ਤਿੰਨ ਗਜ਼ਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ, ਦੋ ਨਵੀਆਂ ਔਰ ਇੱਕ ਜ਼ਰਾ ਪੁਰਾਣੀ। ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ। ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ। ਉੱਚੀ ਥਾਂ ਤੋਂ ਲੰਘਣ ਵੇਲੇ ਲੈ ਸਕਣਾ ਨਾ ਆਇਆ। ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ। ਉੱਚੀ ਥਾਂ ਤੇ ਲੰਘਣ ਵੇਲੇ ਲੈ ਸਕਣਾ ਨਾ ਆਇਆ। ਮੈਂ ਉਸ ਨੂੰ ਪਿਘਲਾ ਤਾਂ ਲੈਂਦਾ, ਪਰ ਕਿਸ ਭਾਂਡੇ ਪਾਉਂਦਾ। ਮੈਂ ਉਸ ਨੂੰ ਪਿਘਲਾ ਤਾਂ ਲੈਂਦਾ, ਪਰ ਕਿਸ ਭਾਂਡੇ ਪਾਉਂਦਾ। ਉਸ ਨੂੰ ਵੀ ਪੱਥਰ ਦਾ ਹੋ ਕੇ ਰਹਿ ਸਕਣਾ ਨਾ ਆਇਆ। ਮੈਂ ਉਸ ਨੂੰ ਪਿਘਲਾ ਤਾਂ ਲੈਂਦਾ, ਪਰ ਕਿਸ ਭਾਂਡੇ ਪਾਉਂਦਾ। ਉਸ ਨੂੰ ਵੀ ਪੱਥਰ ਦਾ ਹੋ ਕੇ ਰਹਿ ਸਕਣਾ ਨਾ ਆਇਆ। ਔਰ ਸੁਪਨੇ ਫੜਦੇ ਅਕਸਰ ਕੰਧਾਂ ਵਿੱਚ ਵੱਜੇ ਹਾਂ ਜਾ ਕੇ। ਸੁਪਨੇ ਫੜਦੇ ਅਕਸਰ ਕੰਧਾਂ ਵਿੱਚ ਵੱਜੇ ਹਾਂ ਜਾ ਕੇ। ਦੁਨੀਆਦਾਰਾਂ ਦੀ ਦੁਨੀਆ ਵਿੱਚ ਰਹਿ ਸਕਣਾ ਨਾ ਆਇਆ। ਸੁਪਨੇ ਫੜਦੇ ਅਕਸਰ ਕੰਧਾਂ ਵਿੱਚ ਵੱਜੇ ਹਾਂ ਜਾ ਕੇ। ਦੁਨੀਆਦਾਰਾਂ ਦੀ ਦੁਨੀਆ ਵਿੱਚ ਰਹਿ ਸਕਣਾ ਨਾ ਆਇਆ। ਨਿੱਕੇ ਨਿੱਕੇ ਦੁੱਖ ਵੀ ਮੇਰੇ ਵਿੱਚੋਂ ਉੱਚੀ ਬੋਲੇ। ਨਿੱਕੇ ਨਿੱਕੇ ਦੁੱਖ ਵੀ ਮੇਰੇ ਵਿੱਚੋਂ ਉੱਚੀ ਬੋਲੇ। ਕੰਡੇ ਦਾ ਚੁਭਣਾ ਵੀ ਮੈਨੂੰ ਸਹਿ ਸਕਣਾ ਨਾ ਆਇਆ। ਔਰ ਲਿਖਦੇ ਹੋਇਆਂ ਕੁਝ ਥਾਵਾਂ ਤੇ ਮੈਂ ਵੀ ਸੱਚ ਤੋਂ ਡਰਿਆ। ਲਿਖਦੇ ਹੋਇਆਂ ਕੁਝ ਥਾਵਾਂ ਤੇ ਮੈਂ ਵੀ ਸੱਚ ਤੋਂ ਡਰਿਆ। ਕੁਝ ਥਾਵਾਂ ਤੇ ਲਫ਼ਜ਼ਾਂ ਨੂੰ ਵੀ ਕਹਿ ਸਕਣਾ ਨਾ ਆਇਆ। ਲਿਖਦੇ ਹੋਇਆਂ ਕੁਝ ਥਾਵਾਂ ਤੇ ਮੈਂ ਵੀ ਸੱਚ ਤੋਂ ਡਰਿਆ। ਕੁਝ ਥਾਵਾਂ ਤੇ ਲਫ਼ਜ਼ਾਂ ਨੂੰ ਵੀ ਕਹਿ ਸਕਣਾ ਨਾ ਆਇਆ। ਔਰ ਦੋ ਨਵੀਆਂ ਗਜ਼ਲਾਂ ਦੇ ਕੁਝ ਸ਼ੇਰ ਕੇ। ਨਿੱਕੇ ਨਿੱਕੇ ਦੁੱਖ ਵੀ ਮੇਰੇ ਵਿੱਚੋਂ ਉੱਚੀ ਬੋਲੇ। ਕੰਡੇ ਦਾ ਚੁਭਣਾ ਵੀ ਮੈਨੂੰ ਸਹਿ ਸਕਣਾ ਨਾ ਆਇਆ। ਔਰ ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ। ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ। ਕੀ ਹੈ ਜੇ ਮੇਰੇ ਪੈਰ ਵੀ ਥਾਂ ਸਿਰ ਨਹੀਂ ਰਹੇ। ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ। ਕੀ ਹੈ ਜੇ ਮੇਰੇ ਪੈਰ ਵੀ ਥਾਂ ਸਿਰ ਨਹੀਂ ਰਹੇ। ਰੁੱਤਾਂ ਬਦਲਦੇ ਦੇਖ ਕੇ ਕਾਹਤੋਂ ਉਦਾਸ ਹਾਂ। ਰੁੱਤਾਂ ਬਦਲਦੇ ਦੇਖ ਕੇ ਕਾਹਤੋਂ ਉਦਾਸ ਹਾਂ। ਇੱਕ ਥਾਂ ਤੇ ਆਪਾਂ ਵੀ ਤਾਂ ਬਹੁਤ ਚਿਰ ਨਹੀਂ ਰਹੇ। ਰੁੱਤਾਂ ਬਦਲਦੇ ਦੇਖ ਕੇ ਕਾਹਤੋਂ ਉਦਾਸ ਹਾਂ। ਇੱਕ ਥਾਂ ਤੇ ਆਪਾਂ ਵੀ ਤਾਂ ਬਹੁਤ ਚਿਰ ਨਹੀਂ ਰਹੇ।
ਕੁਝ ਇਸ ਕਰਕੇ ਵੀ ਤਾਂ ਹਨੇਰੇ ਨੇ ਸੰਘਣੇ, ਕੁਝ ਇਸ ਕਰਕੇ ਵੀ ਤਾਂ ਹਨੇਰੇ ਨੇ ਸੰਘਣੇ, ਦੀਵੇ ਹੀ ਜਗਣ ਵਾਲਿਆਂ ਦੀ ਧਿਰ ਨਹੀਂ ਰਹੇ। ਕੁਝ ਇਸ ਕਰਕੇ ਵੀ ਤਾਂ ਹਨੇਰੇ ਨੇ ਸੰਘਣੇ, ਦੀਵੇ ਹੀ ਜਗਣ ਵਾਲਿਆਂ ਦੀ ਧਿਰ ਨਹੀਂ ਰਹੇ। ਔਰ ਧਰਤੀ 'ਚ ਗਲੀਆਂ ਕਰਦਿਆਂ ਦੇ ਘੁੰਡ ਮੁੜ ਗਏ, ਧਰਤੀ 'ਚ ਗਲੀਆਂ ਕਰਦਿਆਂ ਦੇ ਘੁੰਡ ਮੁੜ ਗਏ, ਅੰਬਰ ਨੂੰ ਟਾਕੀ ਲਾਉਂਦਿਆਂ ਦੇ ਸਿਰ ਨਹੀਂ ਰਹੇ। ਧਰਤੀ 'ਚ ਗਲੀਆਂ ਕਰਦਿਆਂ ਦੇ ਘੁੰਡ ਮੁੜ ਗਏ, ਅੰਬਰ ਨੂੰ ਟਾਕੀ ਲਾਉਂਦਿਆਂ ਦੇ ਸਿਰ ਨਹੀਂ ਰਹੇ। ਔਰ ਇੱਕ ਹੋਰ ਗਜ਼ਲ ਨਵੀਂ ਦੇ 3 ਸ਼ੇਰ ਕਿ ਸੁਲਗ ਦੇ ਪੱਤਣ ਤੇ ਇੱਕ ਦਿਨ ਕਹਿਰ ਤਾਂ ਹੋਣਾ ਹੀ ਸੀ, ਸੁਲਗ ਦੇ ਪੱਤਣ ਤੇ ਇੱਕ ਦਿਨ ਕਹਿਰ ਤਾਂ ਹੋਣਾ ਹੀ ਸੀ, ਤਪ ਰਹੇ ਪਾਣੀ ਨੇ ਮਚਦੀ ਲਹਿਰ ਤਾਂ ਹੋਣਾ ਹੀ ਸੀ। ਸੁਲਗ ਦੇ ਪੱਤਣ ਤੇ ਇੱਕ ਦਿਨ ਕਹਿਰ ਤਾਂ ਹੋਣਾ ਹੀ ਸੀ, ਤਪ ਰਹੇ ਪਾਣੀ ਨੇ ਮਚਦੀ ਲਹਿਰ ਤਾਂ ਹੋਣਾ ਹੀ ਸੀ। ਮੇਰੇ ਅੰਦਰ ਹਿਜਰਤਾਂ ਦੇ ਕਾਫਲੇ ਵਸਦੇ ਗਏ, ਮੇਰੇ ਅੰਦਰ ਹਿਜਰਤਾਂ ਦੇ ਕਾਫਲੇ ਵਸਦੇ ਗਏ, ਮੇਰੇ ਬੀਆਬਾਨ ਨੇ ਵੀ ਸ਼ਹਿਰ ਤਾਂ ਹੋਣਾ ਹੀ ਸੀ। ਮੇਰੇ ਅੰਦਰ ਹਿਜਰਤਾਂ ਦੇ ਕਾਫਲੇ ਵਸਦੇ ਗਏ, ਮੇਰੇ ਬੀਆਬਾਨ ਨੇ ਵੀ ਸ਼ਹਿਰ ਤਾਂ ਹੋਣਾ ਹੀ ਸੀ। ਔਰ ਜਿੱਥੇ ਖੜ ਕੇ ਮੈਂ ਗਜ਼ਲ ਲਿਖਦਾ ਸਾਂ ਕੰਬਦੀ ਸੀ ਜ਼ਮੀਨ, ਜਿੱਥੇ ਖੜ ਕੇ ਮੈਂ ਗਜ਼ਲ ਲਿਖਦਾ ਸਾਂ ਕੰਬਦੀ ਸੀ ਜ਼ਮੀਨ, ਮੇਰੇ ਬਹੁਤੇ ਮਿਸਰਿਆਂ ਬੇਬੈਰ ਤਾਂ ਹੋਣਾ ਹੀ ਸੀ। ਜਿੱਥੇ ਖੜ ਕੇ ਮੈਂ ਗਜ਼ਲ ਲਿਖਦਾ ਸਾਂ ਕੰਬਦੀ ਸੀ ਜ਼ਮੀਨ, ਮੇਰੇ ਬਹੁਤੇ ਮਿਸਰਿਆਂ ਬੇਬੈਰ ਤਾਂ ਹੋਣਾ ਹੀ ਸੀ। ਮੇਰੇ ਅੰਦਰ ਹਿਜਰਤਾਂ ਦੇ ਕਾਫਲੇ ਵਸਦੇ ਗਏ, ਮੇਰੇ ਬੀਆਬਾਨ ਨੇ ਵੀ ਸ਼ਹਿਰ ਤਾਂ ਹੋਣਾ ਹੀ ਸੀ। ਬਹੁਤ ਸ਼ੁਕਰੀਆ। ਤੁਸੀਂ ਵੇਖ ਲਿਆ ਕਿ ਬਹੁਤ ਵੱਡੇ ਨਾਮਵਰ ਕਵੀ ਜਨਾਂ ਨੇ ਤੁਹਾਡਾ ਸਾਹਿਤਕ ਤੰਦਾਂ ਦੇ ਇਸ ਸਫ਼ਰ ਦੇ ਵਿੱਚ ਅੱਜ ਸਾਥ ਦਿੱਤਾ। ਤੁਹਾਡੀ ਸਾਹਿਤ ਦੀ ਭੁੱਖ ਨੂੰ ਉਹਨਾਂ ਨੇ ਆਪਣੇ ਕਲਾਮ, ਆਪਣੀਆਂ ਪੇਸ਼ਕਾਰੀਆਂ, ਆਪਣੀਆਂ ਰਚਨਾਵਾਂ, ਆਪਣੀਆਂ ਗਜ਼ਲਾਂ, ਆਪਣੀਆਂ ਨਜ਼ਮਾਂ, ਆਪਣੀਆਂ ਕਵਿਤਾਵਾਂ ਦੇ ਰਾਹੀਂ ਤੁਹਾਡੀ ਸਾਹਿਤਕ ਭੁੱਖ ਨੂੰ ਮਿਟਾਉਣ ਦੀ ਉਹਨਾਂ ਦੁਆਰਾ ਕੋਸ਼ਿਸ਼ ਕੀਤੀ ਗਈ। ਕਿਸੇ ਹੋਰ ਸਾਹਿਤਕ ਤੰਦਾਂ ਦੇ ਪ੍ਰੋਗਰਾਮ ਦੇ ਵਿੱਚ ਮੁੜ ਤੋਂ ਤੁਹਾਡੇ ਮੁਖਾਤਿਬ ਹੋਵਾਂਗੇ, ਰੂਬਰੂ ਹੋਵਾਂਗੇ। ਤਦ ਤੱਕ ਦੇ ਲਈ ਹੱਸਦੇ ਰਹੋ, ਵਸਦੇ ਰਹੋ, ਤੰਦਰੁਸਤ ਰਹੋ। ਜੀਵੇ ਪੰਜਾਬ ਤੇ ਜਿਉਣ ਪੰਜਾਬੀ। ਸਤਿ ਸ਼੍ਰੀ ਅਕਾਲ।